Good afternoon, everyone. Good afternoon. Welcome to Bala's Education Point. ਬਾਲਾ ਐਜੂਕੇਸ਼ਨ ਪੁਆਇੰਟ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਇਸ ਤੋਂ ਪਹਿਲਾਂ ਕਿ ਆਪਣਾ ਟੌਪਿਕ ਸਟਾਰਟ ਕਰਾਂ ਸੀਟੀਪੀ ਦੇ ਸੈਸ਼ਨ ਦਾ 2018 ਦਾ ਸੀਗਾ। ਇਸ ਤੋਂ ਪਹਿਲਾਂ ਕੁਝ ਕਲੀਅਰ ਕਰਨਾ ਚਾਹੂੰਗਾ। ਬਾਲਾ ਐਜੂਕੇਸ਼ਨ ਪੁਆਇੰਟ ਦੇ YouTube ਦੇ ਚੈਨਲ ਦੇ ਉੱਤੇ ਇਸ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ 2019 ਦੀਆਂ ਔਰ 2020 ਦਾ ਜੋ ਸੀਟੀਪੀ ਸੈਸ਼ਨ ਸੀ 30 ਮਾਰਕਸ ਦਾ ਉਹਦੀ ਵੀਡੀਓਜ਼ ਪਾ ਚੁੱਕੇ ਹਾਂ। ਆਈ ਹੋਪ ਕਿ ਤੁਹਾਨੂੰ ਸਭ ਨੂੰ ਕਲੈਰੀਫਾਈ ਵੀ ਹੋ ਗਈ ਹੋਊਗੀ। अगर फिर भी किसी बच्चे ਨੂੰ 2019 ਦਾ CDP ਵਾਲਾ ਸੈਕਸ਼ਨ ਔਰ 2020 ਵਾਲਾ ਸੈਕਸ਼ਨ ਜੋ 30 ਮਾਰਕਸ ਦਾ ਸੀ ਅਗਰ ਉਹ ਨਹੀਂ ਮਿਲ ਪਾ ਰਿਹਾ ਹੈ ਤਾਂ ਇਸ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਲਿੰਕ ਮਿਲੇਗਾ। ਸਿਰਫ ਉਹ ਇੱਕ ਲਿੰਕ ਜੁਆਇਨ ਕਰਨਾ ਹੈ ਜੋ WhatsApp ਗਰੁੱਪ ਦਾ ਵੀ ਲਿੰਕ ਹੈ ਔਰ ਉਸ ਵੀਡੀਓ ਲੈਕਚਰ ਦਾ ਵੀ ਤੁਹਾਨੂੰ ਲਿੰਕ ਨੀਚੇ ਹੀ ਮਿਲ ਜਾਏਗਾ। ਅਗਰ ਕੋਈ ਵੀ ਡਾਊਟ ਹੁੰਦਾ ਹੈ ਤਾਂ ਇਸ ਦੀ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ WhatsApp ਗਰੁੱਪ ਦਿੱਤਾ ਹੋਇਆ ਹੈ, ਉਹਨੂੰ ਜੁਆਇਨ ਕਰ ਸਕਦੇ ਹੋ। ठीक है, ਉਹਦੇ ਵਿੱਚੋਂ ਵੀ ਅਗਰ ਕੋਈ ਡਾਊਟ ਕਲੀਅਰ ਨਹੀਂ ਹੁੰਦਾ ਹੋਇਆ ਜਾਂ ਕਿਸੇ ਨੂੰ ਮਤਲਬ ਗਰੁੱਪ ਪਸੰਦ ਆਇਆ ਹੈ ਜਾਂ ਨੋਟਸ ਲੈਣਾ ਚਾਹੁੰਦਾ ਹੈ ਜਾਂ ਵੀਡੀਓ ਲੈਕਚਰ ਪਰਚੇਸ ਕਰਨਾ ਚਾਹੁੰਦਾ ਹੈ ਆਨਲਾਈਨ ਹੈ ਜਾਂ ਆਫਲਾਈਨ ਤਾਂ ਤੁਸੀਂ ਆਪਣੇ ਇਸ ਕੰਟੈਕਟ ਨੰਬਰ ਦੇ ਉੱਤੇ ਜੋ ਸਕਰੀਨ ਦੇ ਉੱਤੇ ਤੁਹਾਨੂੰ ਵਿਜ਼ੀਬਲ ਵੀ ਹੋਏਗਾ ਉਹ ਨੰਬਰ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ 9646810103। ਉਸ ਤੋਂ ਬਾਅਦ ਜੋ ਤੁਹਾਡੇ ਆਪਣੇ ਪੀਟੈਟ ਦਾ 2018 ਦਾ ਪ੍ਰੀਵੀਅਸ ਈਅਰ ਪੇਪਰ ਤੁਹਾਡੇ ਸਾਹਮਣੇ ਲੈ ਕੇ ਆਇਆ। ਇਹ ਧਿਆਨ ਰੱਖਣਾ 2017 ਦਾ ਪੇਪਰ ਸੀਗਾ ਜਿਹੜਾ 2018 ਦੇ ਵਿੱਚ ਹੋਇਆ ਸੀ 25 ਫਰਵਰੀ ਨੂੰ 2018 ਨੂੰ ਤੁਹਾਡਾ ਆਪਣਾ 2017 ਦਾ ਪੇਪਰ ਕਰਵਾਇਆ ਗਿਆ ਸੀ। ਉਹਨੂੰ ਨਾਮ ਦਿੱਤਾ ਗਿਆ 2018 ਦਾ। 17 ਦੇ ਵਿੱਚ ਕੋਈ ਪੇਪਰ ਨਹੀਂ ਹੋਇਆ ਤੁਹਾਡਾ ਆਪਣਾ ਪੀਟੈਟ ਦਾ। ਇਹ 2018 ਪੇਪਰ ਸੀ ਜੋ 25 ਫਰਵਰੀ 2018 ਨੂੰ ਦਿੱਤਾ ਗਿਆ ਸੀ ਪੰਜਾਬ ਗਵਰਨਮੈਂਟ ਦੇ ਕੰਨੀ ਤੋਂ। ਇਸ ਤੋਂ ਪਹਿਲਾਂ ਤੁਹਾਡੇ ਵਾਸਤੇ ਜੀਓਗ੍ਰਾਫੀ ਦੀ ਕਲਾਸਿਸ ਪੈ ਚੁੱਕੀਆਂ ਨੇ, ਪੋਲੀਟੀਕਲ ਸਾਇੰਸ ਦੀ ਕਲਾਸ, ਤੁਹਾਡੀ ਹਿਸਟਰੀ ਦੀ ਕਲਾਸਿਸ ਪੈ ਚੁੱਕੀਆਂ ਨੇ, ਪੋਲੀਟੀਕਲ ਦੀ ਪੈ ਚੁੱਕੀਆਂ ਨੇ ਜੋ ਤੁਹਾਡੇ ਆਪਣੇ ਡਿਫਰੈਂਟ ਕ੍ਰਾਈਟੇਰੀਆ ਨੂੰ ਲੈ ਕੇ ਕਲਾਸਿਸ ਦਿੱਤੀ ਗਈਆਂ ਸੀਗੀਆਂ। ਬਾਲਾ ਐਜੂਕੇਸ਼ਨ ਦੇ ਪੁਆਇੰਟ ਦੇ ਕਰਨੀ ਤੋਂ ਟੀਚਰਸ ਦੇ ਕਰਨੀ ਤੋਂ ਆਪਣੇ ਸੈਸ਼ਨ ਚੂਜ਼ ਕਰਕੇ ਉਹਨਾਂ ਨੇ ਸਭ ਨੇ ਆਪਣੀ ਵੀਡੀਓ ਲੈਕਚਰ ਪਾ ਦਿੱਤੇ ਹੈ। ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ 2018 ਦਾ ਕੁਐਸਚਨ ਪੇਪਰ ਜੋ CDP ਦਾ ਤੁਹਾਡਾ ਆਪਣਾ 30 ਮਾਰਕਸ ਦਾ ਪੇਪਰ ਸੀਗਾ। 17 ਦੀ ਗੱਲ ਕਰੀਏ ਤਾਂ 17 ਦੇ ਵਿੱਚ ਕੋਈ ਪੇਪਰ ਨਹੀਂ ਹੋਇਆ ਸੀ। 18 ਚ ਪੇਪਰ ਹੋਇਆ ਸੀ 25 ਫਰਵਰੀ 2018 ਨੂੰ। ਇਸ ਤੋਂ ਬਾਅਦ ਤੁਹਾਡੇ ਕੰਨੀ ਤੋਂ ਸਾਡੇ ਕੰਨੀ ਤੋਂ ਬਾਲਾ ਐਜੂਕੇਸ਼ਨ ਪੁਆਇੰਟ ਦੇ ਕੰਨੀ ਤੋਂ YouTube ਦੇ ਉੱਤੇ 2016-15 ਦਾ ਪੇਪਰ ਮਿਲਦਾ ਜਾਏਗਾ ਤੁਹਾਨੂੰ। ਹੌਲੀ ਹੌਲੀ ਚੱਲਦੇ ਰਵਾਂਗੇ ਤਾਂ ਕਿ ਸਾਰੇ ਪਿਛਲੇ ਡਾਊਟਸ ਕਲੀਅਰ ਹੁੰਦੇ ਜਾਣ। ਤਾਂ ਉਹ 2018 ਦਾ ਪੇਪਰ ਸਟਾਰਟ ਕਰੀਏ ਜੋ CDP ਦਾ 30 ਮਾਰਕਸ ਦਾ ਸੈਸ਼ਨ ਸੀ ਤੁਹਾਡਾ ਆਪਣਾ, ਜਿਹਦੇ ਵਿੱਚ ਕੁਐਸਚਨ ਫਸਟ ਦਿੱਤਾ ਹੋਇਆ ਤੁਹਾਡਾ ਆਪਣਾ ਦ ਐਬਿਲਿਟੀ ਟੂ ਗਰੁੱਪ ਆਬਜੈਕਟ ਜਿਸ 'ਚ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਗੱਲ ਕਰਦੇ ਪਏ ਹਾਂ ਜਿਸ 'ਚ ਕਾਮਨ ਫੀਚਰਸ ਦੀ ਗੱਲ ਕੀਤੀ ਗਈ ਹੈ। ਤਾਂ ਬਹੁਤ ਇੱਕ ਫੇਮਸ ਫਿਲੋਸਫਰ ਨੇ ਜਿਨ੍ਹਾਂ ਦਾ ਨਾਮ ਦਿੱਤਾ ਗਿਆ ਜੀਨ ਪਿਆਜੇ ਦੀ ਥਿਊਰੀ ਦਿੱਤੀ ਹੋਈ ਹੈ। ਤਾਂ ਦੇਖੋ ਕਹਿੰਦਾ ਕਿ ਇਹਦੇ ਵਿੱਚ ਕੁਐਸਚਨ ਸਟਾਰਟ ਕਰਦੇ ਹਾਂ ਦ ਐਬਿਲਿਟੀ ਟੂ ਗਰੁੱਪ ਆਬਜੈਕਟ ਟੂਗੈਦਰ ਔਨ ਦ ਬੇਸਿਸ ਆਫ ਕਾਮਨ ਫੀਚਰਸ। ਕਾਮਨ ਫੀਚਰਸ ਦੀ ਗੱਲ ਕਰਦੇ ਆ ਜਿਹਦੇ ਵਿੱਚ ਇੱਕ ਪ੍ਰਕਾਰ ਦੀ ਵਿਸ਼ੇਸ਼ਤਾਵਾਂ ਪਾਈ ਜਾਂਦੀਆਂ ਨੇ। ਆਈ ਜਸਟ ਮੂਵ ਅਕੋਰਡਿੰਗ ਟੂ ਕਿਹਦੇ ਅਕੋਰਡਿੰਗ ਤੋਂ ਤੁਹਾਡੇ ਆਪਣੇ ਜੀਨ ਪਿਆਜੇ ਦੇ ਕੰਨੀ ਤੋਂ according to Jean Piaget's cognitive development theory is term as ਉਸ ਚੀਜ਼ ਨੂੰ ਅਸੀਂ ਕੀ ਬੋਲਾਂਗੇ। ਰਿਪੀਟ ਕਰ ਰਹੇ ਕੁਐਸਚਨ ਨੂੰ, ਐਸਾ ਗਰੁੱਪ ਜਿਹਦੇ ਵਿੱਚ ਕਾਮਨ ਫੀਚਰਸ ਪਾਏ ਜਾਂਦੇ ਨੇ ਉਸ ਟਰਮ ਨੂੰ ਅਸੀਂ ਕੀ ਕਵਾਂਗੇ ਕਿਹਨਾਂ ਦੇ ਅਕੋਰਡਿੰਗ ਟੂ ਦ ਜੀਨ ਪਿਆਜੇਸ ਕੋਗਨੀਟਿਵ ਡਿਵੈਲਪਮੈਂਟ ਦੇ ਅਕੋਰਡਿੰਗ। ਹੁਣ ਅਸੀਂ ਆਪਸ਼ਨ ਦੇ ਅਕੋਰਡਿੰਗ ਦੇਖਦੇ ਹਾਂ ਕੀ ਕਿਹਾ ਜਾਊਗਾ ਉਸ ਟਰਮ ਨੂੰ। ਤਾਂ ਇਹ ਆਪਸ਼ਨ ਹੈ ਅਸੀਮੀਲੇਸ਼ਨ। ਕੀ ਉਹਨੂੰ ਅਸੀਂ ਅਸੀਮੀਲੇਸ਼ਨ ਬੋਲਾਂਗੇ? ਨਹੀਂ। ਅਸੀਮੀਲੇਸ਼ਨ ਕੀ ਹੁੰਦੀ ਹੈ? ਅਸੀਮੀਲੇਸ਼ਨ ਹੁੰਦੀ ਹੈ ਤੁਹਾਡੇ ਆਪਣੀ 올ਡ ਨੌਲੇਜ ਨੂੰ ਪਲੱਸ ਤੁਹਾਡੀ ਆਪਣੀ ਨਿਊ ਨੌਲੇਜ ਨੂੰ ਜਦੋਂ ਅਸੀਂ ਇਕੱਠਾ ਕਰਦੇ ਹਾਂ ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਅਸੀਮੀਲੇਸ਼ਨ ਬੋਲਾਂਗੇ। ਲੇਕਿਨ ਕੁਐਸਚਨ 'ਚ ਪੁੱਛਿਆ ਗਿਆ ਹੈ ਜਿਸ 'ਚ ਸੇਮ ਕਾਬਲੀਅਤ ਵਾਲੀ ਚੀਜ਼ਾਂ ਪਾਈ ਜਾਂਦੀਆਂ ਨੇ, ਇੱਕੋ ਵਿਸ਼ੇਸ਼ਤਾਵਾਂ ਵਾਲੀ ਚੀਜ਼ਾਂ ਪਾਈ ਜਾਂਦੀਆਂ ਨੇ, ਉਸ ਚੀਜ਼ ਦੀ ਗੱਲ ਕੀਤੀ ਗਈ ਹੈ। ਇਹ ਆਪਸ਼ਨ ਸਹੀ ਨਹੀਂ ਹੈ। ਉਸ ਤੋਂ ਬਾਅਦ B ਆਪਸ਼ਨ ਦੀ ਗੱਲ ਕਰੀਏ ਤਾਂ B ਆਪਸ਼ਨ ਗੱਲ ਕਰਦੇ ਤੁਹਾਡੇ ਆਪਣੀ ਅਕੋਮੋਡੇਸ਼ਨ ਦੀ। ਅਕੋਮੋਡੇਸ਼ਨ ਵੀ ਨਹੀਂ ਹੋਏਗੀ। ਅਕੋਮੋਡੇਸ਼ਨ ਦੇ ਵਿੱਚ ਅਸੀਂ 올ਡ ਨੌਲੇਜ ਨੂੰ ਕੀ ਕਰਦੇ ਆ? ਮੋਡੀਫਾਈ ਕਰਦੇ ਆ। ਕੀ ਕਰਦੇ ਆ? ਮੋਡੀਫਾਈ ਕਰਦੇ ਆ। ਉਸ ਤੋਂ ਬਾਅਦ ਜਿਹੜੀ C ਟਰਮ ਹੈ ਉਹ C ਟਰਮ ਸਾਡੇ ਵਾਸਤੇ ਦਿੱਤੀ ਗਈ ਕਲਾਸੀਫਿਕੇਸ਼ਨ, ਜਿਹਨੂੰ ਅਸੀਂ ਕੀ ਬੋਲਾਂਗੇ? ਵਰਗੀਕਰਨ ਬੋਲਦੇ ਆ ਕਿ ਵਰਗੀਕਰਨ ਦੇ ਸਿਧਾਂਤ ਤੇ ਜਾਂ ਆਧਾਰ ਤੇ ਉੱਤੇ ਹੀ ਅਸੀਂ ਕਾਮਨ ਫੀਚਰਸ ਨੂੰ ਕੀ ਕਰਦੇ ਆ? ਇਕੱਠਾ ਕਰਦੇ ਆ, ਜੋ ਕਿ ਸਾਡੇ ਵਾਸਤੇ ਇੱਕ ਰਾਈਟ ਆਨਸਰ ਹੈ। C ਆਪਸ਼ਨ ਤੁਹਾਡੇ ਵਾਸਤੇ ਰਾਈਟ ਆਨਸਰ ਬਣੇਗਾ। A ਆਪਸ਼ਨ ਅਸੀਮੀਲੇਸ਼ਨ ਨਹੀਂ ਹੈ। B ਆਪਸ਼ਨ ਤੁਹਾਡੇ ਵਾਸਤੇ ਅਕੋਮੋਡੇਸ਼ਨ ਨਹੀਂ ਹੈ। ਇਹਦਾ ਜਿਹੜਾ ਰਾਈਟ ਆਨਸਰ ਆਏਗਾ ਤੁਹਾਡੇ ਲਈ ਉਹ C ਆਪਸ਼ਨ ਆਊਗਾ ਜਿਹਨੂੰ ਅਸੀਂ ਕੀ ਬੋਲਾਂਗੇ? ਕਲਾਸੀਫਿਕੇਸ਼ਨ ਬੋਲਦੇ ਹਾਂ। ਠੀਕ ਹੈ ਜੀ।
ਉਸ ਤੋਂ ਬਾਅਦ ਨੈਕਸਟ ਆਓ ਕੁਐਸਚਨ ਨੰਬਰ 2 ਦੀ ਗੱਲ ਕਰਾਂਗੇ। ਕੁਐਸਚਨ ਨੰਬਰ 2 ਕਿਸ ਚੀਜ਼ ਦੀ ਗੱਲ ਕਰਦਾ ਹੈ? ਵਿਚ ਵਨ ਆਫ ਦੀ ਫੋਲੋਇੰਗ ਰਿਪਰੈਜ਼ੈਂਟ ਐਸ ਗਰੁੱਪ, मतलब इस गल की कि एस फैक्टर ਨੂੰ ਲੈ ਕੇ जो की गल कर रहे हैं एस फैक्टर इन द स्पीयरमैन टू फैक्टर थ्योरी। स्पीयरमैन द्वारा ठीक है दो फैक्टर थ्योरी दी गई सी। एक दो फैक्टर किहड़े किहड़े सी? एक तो तुहाडे वास्ते जी फैक्टर सीगा, मैं उरे मैंशन भी कर देना, जी फैक्टर सीगा। एक साडे वास्ते एक्स फैक्टर सीगा। जी फैक्टर तुहाडे वास्ते जनरल फैक्टर हुंदा है, लेकिन क्वेश्चन च पूछा गया एस फैक्टर किहड़ा फैक्टर होएगा, तो ऑप्शन चेक कर लेने। ए ऑप्शन है तुहाडे वास्ते स्पैशल फैक्टर, बी ऑप्शन है तुहाडे वास्ते सोशल फैक्टर, सी ऑप्शन है तुहाडे वास्ते स्पैसिफिक फैक्टर, डी ऑप्शन तुहाडे वास्ते सिस्टमैटिक फैक्टर। तो स्पीयरमैन के अकॉर्डिंग दो ही फैक्टर की गल की गई सी, एक जी फैक्टर जिन्हें असीं जनरल फैक्टर बोलते हैं, एक एस फैक्टर जिन्हें असीं किहड़ा फैक्टर बोलांगे? स्पैसिफिक फैक्टर। क्वेश्चन च यही चीज़ पूछी गई है कि एस फैक्टर टू फैक्टर थ्योरी के अकॉर्डिंग किस चीज़ को प्रभावित करता है तुहाडे वास्ते? तो साडे वास्ते राइट आंसर आऊगा सी, एक तरह का स्पैसिफिक फैक्टर। दो फैक्टर दिते गए, एक जी फैक्टर और दूसरा साडे वास्ते एक तरह का स्पैसिफिक फैक्टर, जो किन्ना द्वारा दिता गया? स्पीयरमैन द्वारा। एक क्वेश्चन नंबर 2 का क्वेश्चन सीगा। उस तो बाद नैक्सट आओ क्वेश्चन नंबर 3। क्वेश्चन नंबर 3 के अकॉर्डिंग की कह रहे इस चीज़ दे विच? हू वाज द एक्सपोनेंट? कौन सीगे जिन्हां ने कारा सिद्धांत दिता सी या कादी इंटैलीजेंसी थ्योरी दिती सी? मल्टी फैक्टर थ्योरी ऑफ इंटैलीजेंस दिती सी। काफ़ी बच्चों का ये क्वेश्चन गलत होया सीगा। उन्होंने गल की है मल्टी फैक्टर की। ध्यान रखना इतने मल्टी फैक्टर की गल की गई है, ना कि मल्टीपल फैक्टर की गल की गई है। दोनों च फर्क है, मल्टीपल फैक्टर दे विच भी और मल्टी फैक्टर दे विच भी। जिहड़ा मल्टी फैक्टर है, पहली गल तो आ सुन लो, जिहड़ा मल्टी फैक्टर थ्योरी इंटैलीजेंसी दी है वो दिती गई सी ई.एल. थॉर्नडाइक द्वारा। किन्ना द्वारा दिती गई सी? ई.एल. थॉर्नडाइक द्वारा। जिहड़ी मल्टीपल फैक्टर थ्योरी है वो दिती गई सी हार्वर्ड गार्डनर द्वारा। ध्यान रखना दोनों फैक्टर मैं चंगी तरीके नाल दस रहा, रिपीट कर रहे क्वेश्चन नूं। इत्थे पुछदा वे क्वेश्चन दे विच हू वाज द एक्सपोनेंट ऑफ द मल्टी फैक्टर थ्योरी ऑफ इंटैलीजेंस। इत्थे मल्टी फैक्टर की गल की गई है, ना कि मल्टीपल फैक्टर की गल की गई है। मल्टी फैक्टर का जी इंटैलीजेंसी थ्योरी दी गई सी और ई.एल. थॉर्नडाइक द्वारा दी गई सी, लेकिन मल्टीपल फैक्टर की जी थ्योरी इंटैलीजेंसी द्वारा दी गई सी एच गार्डनर द्वारा, हार्वर्ड गार्डनर द्वारा। मल्टीपल फैक्टर ना कि मल्टी फैक्टर। मल्टी फैक्टर थॉर्नडाइक द्वारा दी गई सी, जो क्वेश्चन च राइट आंसर तुहाडा अपना ए बनता है। लेकिन अगर मैं मल्टीपल फैक्टर की गल करा तो मल्टीपल फैक्टर जी थ्योरी दी गई सी किहदे द्वारा दी गई सी? एच गार्डनर द्वारा, हार्वर्ड गार्डनर द्वारा की थ्योरी दी गई सी। तेरा जो राइट आंसर आएगा साडे वास्ते वो ए ऑप्शन आएगी ई.एल. थॉर्नडाइक, जो किन्ना ने दी सी? ई.एल. थॉर्नडाइक दी सी। केड़ी थ्योरी? मल्टी फैक्टर थ्योरी। मल्टीपल फैक्टर थ्योरी किन्ने दी सी? एच गार्डनर, हार्वर्ड गार्डनर द्वारा थ्योरी दी गई सी। ठीक है जी। नैक्सट आओ, क्योंकि बच्चे डाउट आते कि मल्टी फैक्टर और मल्टीपल फैक्टर दोनों बंदे सेम नहीं है। नहीं, मल्टी फैक्टर साडे ई.एल. थॉर्नडाइक सीगे और मल्टीपल फैक्टर थ्योरी एच गार्डनर द्वारा दी गई सी, हार्वर्ड गार्डनर द्वारा। नैक्सट आओ क्वेश्चन नंबर 4, किस चीज़ की गल कर रहे हैं? विच आउट ऑफ द फॉलोइंग थ्योरी, नीचे एक थ्योरी दी हुई है ऑप्शन दे विच, जिस की चीज़ की गल की गई है? बिहेवियर कुड बी शेप्ड थ्रू सक्सेसिव अप्रोक्सीमाइजेशन, जिस बिहेवियर नूं शेप देने की कोशिश की गई है। बिहेवियर नूं एक रिजल्टेंट कह सकते हैं कि मॉडिफाई करने की कोशिश की गई है। उस थ्योरी नूं असीं किहड़ी थ्योरी बोलांगे या उस थ्योरी का नाम की है? तो अगर पढ़िए तो ऑप्शन दी हुई ने। ए ऑप्शन कहती है सोशल लर्निंग थ्योरी, जो नहीं है। सोशल लर्निंग थ्योरी तो थोड़ी विगोस्की द्वारा दी गई सी। बी ऑप्शन साडे वास्ते इंस्ट्रूमेंट कंडीशनिंग है। सी ऑप्शन साडे वास्ते क्लासिकल कंडीशनिंग है। डी ऑप्शन साडे वास्ते राइट आंसर बनेगा ऑपरेंट कंडीशनिंग। ऑपरेंट कंडीशनिंग ने गल की सी बिहेवियर नूं शेप देने दी, किहड़ी प्रोसैस के थ्रू दी गई सी? सक्सेसिव अप्रोक्सीमाइजेशन के थ्रू दी गई सी। हुण अगर पेपर च पूछा जाए कि ऑपरेंट कंडीशन किहदे द्वारा दी गई सी, तो ध्यान रखना बी.एम. स्किनर का नाम याद रखना, क्योंकि इन्होंने सिद्धांत दिता तुहाडा अपना ऑपरेंट कंडीशनिंग के प्रिंसीपल किन्ना द्वारा दिता गया सी? ऑपरेंट कंडीशनिंग थ्योरी किस द्वारा दी गई सी? बी.एफ. स्किनर द्वारा। आंसर इहदा आऊगा राइट, डी आंसर आऊगा। लेकिन ये थ्योरी दी किन्ने द्वारा गई सी? बी.एफ. स्किनर द्वारा दी गई सी।
ਪਜ਼ਲ ਨਹੀਂ ਹੋਣਾ, ਕਨਫਿਊਜ਼ ਨਹੀਂ ਹੋਣਾ, ਕਿਉਂਕਿ ਸਾਰੀ ਚੀਜ਼ਾਂ ਆਲਰੇਡੀ ਤੁਹਾਨੂੰ ਕਰਵਾ ਦਿੱਤੀ ਗਈਆਂ ਨੇ। ਨੈਕਸਟ ਆਓ ਕੁਐਸਚਨ ਨੰਬਰ 5 ਕੀ ਕਹਿੰਦਾ ਹੈ। ਕੁਐਸਚਨ ਨੰਬਰ 5 ਹੈ ਟ੍ਰੇਡ ਥਿਊਰੀ। ਹੁਣ ਗੱਲ ਕਰੀਏ ਟ੍ਰੇਡ, ਇਹ ਕੋਈ ਲਰਨਿੰਗ ਥਿਊਰੀ ਨਹੀਂ ਹੈ, ਇਹ ਟ੍ਰੇਡ मतलब ਕਿਸੇ ਗੁਣ ਦੇ ਸਿਧਾਂਤ ਵਾਸਤੇ ਦੱਸੀ ਗਈ ਥਿਊਰੀ ਹੈ। ਤਾਂ ਕੁਐਸਚਨ ਪੜ੍ਹਦੇ ਆ, ਟ੍ਰੇਡ ਥਿਊਰੀ ਆਰ ਰਿਲੇਟਡ ਟੂ ਵਿਚ ਆਫ ਦੀ ਫੋਲੋਇੰਗ ਐਸਪੈਕਟ। ਕੁਐਸਚਨ ਨੰਬਰ 5 ਟ੍ਰੇਡ ਥਿਊਰੀ ਦੀ ਗੱਲ ਕਰ ਰਿਹਾ ਸੀ। ਟ੍ਰੇਡ ਥਿਊਰੀ ਆਰ ਰਿਲੇਟਡ ਟੂ ਵਿਚ ਆਫ ਦੀ ਫੋਲੋਇੰਗ ਐਸਪੈਕਟ। ਜੇ ਟ੍ਰੇਡ ਥਿਊਰੀ ਦਿੱਤੀ ਗਈ ਹੈ, ਉਹ ਕਹਿੰਦਾ ਕਿ ਨੀਚੇ ਦਿੱਤੇ ਹੋਏ ਕਿਸ ਪਹਿਲੂ ਦੇ ਨਾਲ ਕੀ ਹੈ ਸੰਬੰਧਿਤ ਹੈ, ਇਸ ਚੀਜ਼ ਦੀ ਗੱਲ ਕੀਤੀ ਗਈ ਹੈ। ਮੈਂ ਤੁਹਾਨੂੰ ਹੁਣ ਵੀ ਦੱਸਿਆ ਟ੍ਰੇਡ ਥਿਊਰੀ ਕੋਈ ਲਰਨਿੰਗ ਥਿਊਰੀ ਨਹੀਂ ਹੈ, ਨਾ ਹੀ ਇਹਦਾ ਕਿਸੇ ਲਰਨਿੰਗ ਥਿਊਰੀ ਨਾਲ ਕੋਈ ਕੰਸਰਨ ਹੈ। ਤਾਂ ਆਪਸ਼ਨ ਦੇ ਅਕੋਰਡਿੰਗ ਆਪਾਂ ਫਿਲਹਾਲ ਇੱਕ ਰਾਈਟ ਆਪਸ਼ਨ ਕੀ ਕਰਾਂਗੇ, ਸਿਲੈਕਟ ਕਰਾਂਗੇ। ਆਪਸ਼ਨ ਫਿਲਹਾਲ ਆਪਾਂ ਹੁਣ ਚੈੱਕ ਕਰ ਲੈਣ ਇੱਕ ਤਰ੍ਹਾਂ ਦੀ ਆਪਸ਼ਨ ਕੀ ਕਹਿ ਰਹੀ ਹੈ। ए ਆਪਸ਼ਨ ਸਾਡੇ ਵਾਸਤੇ ਹੈ ਇੰਟੈਲੀਜੈਂਸ, बी ਆਪਸ਼ਨ ਸਾਡੇ ਵਾਸਤੇ ਹੈ ਗਰੋਥ ਐਂਡ ਡਿਵੈਲਪਮੈਂਟ। ਤੇ ਧਿਆਨ ਰੱਖਣਾ ਮੈਂ ਤੁਹਾਨੂੰ ਵੀ ਦੱਸ ਕੇ ਚੁੱਕਿਆ ਕਿਉਂਕਿ ਜਿਹੜੀ ਟ੍ਰੇਡ ਥਿਊਰੀ ਹੈ ਉਹਦਾ ਕਿਸੇ ਲਰਨਿੰਗ ਥਿਊਰੀ ਨਾਲ ਕੋਈ ਰਿਲੇਸ਼ਨ ਨਹੀਂ ਹੈ। ਜੇ ਟ੍ਰੇਡ ਹੈ ਨਾਮ ਤੋਂ ਪਤਾ ਲੱਗਦਾ ਗੁਣ ਦੇ ਸਿਧਾਂਤ ਦੀ ਗੱਲ ਕੀਤੀ ਗਈ ਹੈ। ਤਾਂ ਜਿਹੜਾ ਦਾ ਆਪਸ਼ਨ ਬਣੇਗਾ ए ਆਪਸ਼ਨ ਇੰਟੈਲੀਜੈਂਸ ਹੀ ਨਹੀਂ ਹੈਗੀ, बी ਆਪਸ਼ਨ ਸਾਡੇ ਪਾਸੇ ਗਰੋਥ ਐਂਡ ਡਿਵੈਲਪਮੈਂਟ ਨਹੀਂ ਹੋਏਗੀ। ਤਾਂ ਟ੍ਰੇਡ मतलब ਇੱਕ ਗੁਣ ਦੀ ਗੱਲ ਕੀਤੀ ਗਈ ਹੈ। ਤੇ ਜਿਹੜੀ ਆਪਸ਼ਨ ਸਾਡੇ ਵਾਸਤੇ ਇਸ ਚੀਜ਼ 'ਚ ਬਣੇਗੀ ਉਹ ਪਰਸਨੈਲਿਟੀ ਮੇਨ ਹੈ, ਕਿਉਂਕਿ ਟ੍ਰੇਡ ਜਿਹੜੀ ਹੈਗੀ ਤੁਹਾਡੇ ਆਪਣੇ ਪਰਸਨੈਲਿਟੀ ਨੂੰ ਹੀ ਮੇਨ ਬੇਸ ਰੱਖ ਕੇ ਕੀਤੀ ਜਾਂਦੀ ਹੈ। ਤਾਂ ਰਾਈਟ ਆਪਸ਼ਨ ਸਾਡੇ ਵਾਸਤੇ ਜਿਹੜੀ ਬਣੇਗੀ ਉਹ ਸੀ ਆਪਸ਼ਨ ਬਣੇਗੀ, ਜਿਹਨੂੰ ਅਸੀਂ ਪਰਸਨੈਲਿਟੀ ਬੋਲਦੇ ਹਾਂ। ਇਸ ਦੇ ਆਧਾਰ ਤੇ ਬੰਦੇ ਇੱਕ ਟ੍ਰੇਡ ਬਣਦਾ ਹੈ, ਕਹਿ ਸਕਦਾ ਟ੍ਰੇਡ ਜਿਹੜੀ ਸਿਲੈਕਟ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਨੈਕਸਟ ਆਓ क्वेश्चन नंबर 6। थोड़ा जिहा मुश्किल क्वेश्चन है, लेकिन ईजी अगर थ्योरी पढ़ी हुई है तो तुसी सॉल्व कर भी सकते हो। बालिफिकेशन पॉइंट दे करनी तो ਜਿਹੜੇ ਵੀ ਨੋਟਸ ਪ੍ਰੋਵਾਈਡ ਕੀਤੇ ਗਏ ਆ ਬੱਚਿਆਂ ਨੂੰ ਉਹਦੇ ਵਿੱਚ ਅਹਿਮੀਅਤ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਕੁਐਸਚਨ ਅਗਰ 30 ਦਿੱਤੀ ਗਈ ਹੈ ਸੀਡੀਪੀ ਦੇ ਵਿੱਚੋਂ ਤਾਂ ਬੱਚਾ 25 26 ਲੈ ਕੇ ਬੱਚੇ ਨੇ ਸੀਡੀਪੀ ਕਲੀਅਰ ਕੀਤੀ ਹੋਈ ਹੈ। ਕੁਐਸਚਨ ਨੰਬਰ 6 ਸਾਡੇ ਨੋਟਸ ਦੇ ਵਿੱਚ ਦਿੱਤਾ ਹੈ ਕੁਐਸਚਨ ਸੀਗਾ, ਜਿਸ ਪੁੱਛਿਆ ਕੀ ਗਿਆ ਕੁਐਸਚਨ ਦੇ ਵਿੱਚ ਕਿੰਡਰ ਕੇਅਰ ਸਿਸਟਮ। ਨਾਮ ਤੇ ਪਤਾ ਲੱਗਦਾ ਹੋ ਕੇਜੀ ਕਲਾਸ ਦੀ ਗੱਲ ਕੀਤੀ ਗਈ ਹੈ। ਇਹਦੇ ਵਿੱਚ ਨਿਕਲ ਕੇ ਦੋ ਕਲਾਸਿਸ ਅੱਗੇ ਆਉਂਦੀਆਂ ਨੇ, ਇੱਕ ਐਲਕੇਜੀ ਜਿਹਨੂੰ ਅਸੀਂ ਲੋਅਰ ਕਿੰਡਰਗਾਰਟਨ ਬੋਲਦੇ ਨੇ, दूसरी आती ਤੁਹਾਡੇ ਵਾਸਤੇ ਇੱਕ ਯੂਕੇਜੀ ਜਿਹਨੂੰ ਅਸੀਂ ਅਪਰ ਕਿੰਡਰਗਾਰਟਨ ਬੋਲਦੇ ਨੇ। ਤਾਂ ਜਦੋਂ ਵੀ ਮੈਂ ਤਾਂ ਇਸ ਚੀਜ਼ ਦਾ ਨਾਮ ਲੈਣਾ ਕੇਜੀ ਕਲਾਸ ਦਾ ਤਾਂ ਇੱਕੋ ਹੀ ਬੰਦੇ ਦਾ ਨਾਮ ਯਾਦ ਆਉਂਦਾ ਸਾਡੇ ਵਾਸਤੇ, ਫਰੈਡਰਿਕ ਫਰੋਬਲ ਦਾ, ਜਿਨ੍ਹਾਂ ਨੇ ਕੇਜੀ ਕਲਾਸ ਦੀ ਗੱਲ ਕੀਤੀ ਸੀ ਕਿ ਇੱਕ ਕਿੰਡਰਗਾਰਟਨ ਹੋਣਾ ਚਾਹੀਦਾ ਜਿਸ 'ਚ ਬੱਚੇ ਘਰ ਨੂੰ ਸਕੂਲ ਨੂੰ ਹੀ ਇੱਕ ਤਰ੍ਹਾਂ ਦੇ ਘਰ ਦੇ ਵਾਂਗੂ ਸਮਝ ਸਕਣ। ਤਾਂ ਕੁਐਸਚਨ ਪੜ੍ਹਦੇ ਆ ਕੀ ਕਹਿੰਦੇ ਇਹਦੇ ਵਿੱਚ। ਤੁਹਾਡਾ ਆਪਣਾ ਕੁਐਸਚਨ ਹੈ ਕਿੰਡਰਗਾਰਟਨ ਸਿਸਟਮ ਆਫ ਦੀ ਐਜੂਕੇਸ਼ਨ ਮੀਨਸ गार्डन ऑफ द स्मॉल किड्स। ਜਿਹੜੀ ਇੱਕ ਕਲਾਸ ਹੋਏਗੀ ਇੱਕ ਛੋਟੇ ਬੱਚੇ ਦਾ, ਕਹਿ ਸਕਦੇ ਹਾਂ ਕਿ ਇੱਕ ਛੋਟਾ ਜਿਹਾ ਬਗੀਚਾ ਹੋਏਗਾ। ਇਹ ਜਿਹੜਾ ਕਨਸੈਪਟ ਕੇਜੀ ਕਲਾਸ ਦਾ ਲੈ ਕੇ ਆਏ ਸੀ ਜਾਂ ਯੂਕੇਜੀ ਜਾਂ ਐਲਕੇਜੀ ਦਾ ਕਨਸੈਪਟ ਜਿਹੜਾ ਲੈ ਕੇ ਆਏ ਸੀ, ਕੌਣ ਲੈ ਕੇ ਆਏ ਸੀ? ਤਾਂ ਨਾਮ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀਗਾ, ਨਾਮ ਇੱਕੋ ਹੀ ਸਾਡੇ ਸਾਹਮਣੇ ਆਊਗਾ, ਫਰੈਡਰਿਕ ਫਰੋਬਲ ਦਾ। ਇਹਨਾਂ ਨੇ ਕੇਜੀ ਕਲਾਸ ਦੀ ਗੱਲ ਸਿਧਾਂਤ ਇਹਨਾਂ ਦੁਆਰਾ ਕਨਸੈਪਟ ਦਿੱਤਾ ਗਿਆ ਸੀਗਾ ਕਿ ਜਦੋਂ ਬੱਚੇ ਕਲਾਸ ਦੇ ਵਿੱਚ ਆਣਗੇ ਸਕੂਲ ਤੋਂ ਤਾਂ ਉਹ ਇਹਨਾਂ ਸਮਝਣ ਕਿ ਕਿਸੇ ਸਕੂਲ ਦੇ ਵਿੱਚ ਆ ਗਏ ਤਾਂ ਸਕੂਲ ਨੂੰ ਹੀ ਆਪਣਾ ਕੀ ਸਮਝਣ, ਸੈਕਿੰਡ ਹਾਊਸ ਸਮਝਣ, ਵੀ ਇਹ ਤੁਹਾਡਾ ਜਿਹੜਾ ਸਕੂਲ ਹੈ ਘਰ ਦੀ ਤਰ੍ਹਾਂ ਹੀ ਹੈ। ਇਹ ਫਰੈਡਰਿਕ ਫਰੋਬਲ ਦੁਆਰਾ ਦਿੱਤਾ ਹੋਇਆ ਕਨਸੈਪਟ ਸੀਗਾ ਕੇਜੀ ਕਲਾਸ ਦਾ। ਕੁਐਸਚਨ ਨੰਬਰ 7। ਕੁਐਸਚਨ ਨੰਬਰ 7 ਗੱਲ ਕਰ ਰਹੇ ਹਾਂ ਦਾ ਸਟੇਜ ਪ੍ਰੀ ਆਪਰੇਸ਼ਨਲ। ਜਦੋਂ ਪ੍ਰੀ ਆਪਰੇਸ਼ਨਲ ਦੀ ਅਸੀਂ ਗੱਲ ਕਰਦੇ ਹਾਂ ਫਿਲਹਾਲ ਤਾਂ ਇੱਕ ਸਾਡੇ ਜੀਨ ਪਿਆਜੇ ਦੀ ਸਟੇਜ ਯਾਦ ਆ ਜਾਂਦੀ ਹੈ, ਜਿਨ੍ਹਾਂ ਨੇ 4 ਸਟੇजेस ਦਿੱਤੀਆਂ ਸੀਗੀਆਂ। ਸੈਂਸਰੀ ਮੋਟਰ ਸਟੇਜ ਦਿੱਤੀ ਸੀ ਉਹਨਾਂ ਨੇ, ਇੱਕ ਪ੍ਰੀ ਆਪਰੇਸ਼ਨਲ ਸਟੇਜ ਦਿੱਤੀ ਸੀ, ਇੱਕ ਕੰਕਰੀਟ ਆਪਰੇਸ਼ਨਲ ਸਟੇਜ ਦਿੱਤੀ ਸੀ, ਇੱਕ ਸਾਡੇ ਵਾਸਤੇ ਦਿੱਤੀ ਗਈ ਸੀ ਉਹਨਾਂ ਦੁਆਰਾ ਫੋਰਨ ਆਪਰੇਸ਼ਨਲ ਸਟੇਜ। ਤਾਂ ਜੀਨ ਪਿਆਜੇ ਦੀ ਸੈਕੰਡ ਸਟੇਜ ਸਾਡੀ ਆਪਣੀ ਪ੍ਰੀ ਆਪਰੇਸ਼ਨਲ ਸਟੇਜ। ਕਹਿੰਦੇ ਕਿ ਇਹਦੇ ਵਿੱਚ ਇਹ ਸਟੇਜ ਨੂੰ ਪ੍ਰੀ ਆਪਰੇਸ਼ਨਲ ਸਟੇਜ ਕਿਉਂ ਕਿਹਾ ਗਿਆ ਹੈ? ਜੀਨ ਪਿਆਜੇ ਦੇ ਦੁਆਰਾ ਜਿਹੜੀ ਇਹ ਸਟੇਜ ਹੁੰਦੀ ਹੈ ਇਹਨੂੰ ਪ੍ਰੀ ਆਪਰੇਸ਼ਨਲ ਸਟੇਜ ਕਿਉਂ ਕਿਹਾ ਗਿਆ ਹੈ? ਕੁਝ ਆਪਸ਼ਨਾਂ ਦਿੱਤੀ ਗਈਆਂ ਤੁਹਾਡੇ ਸਾਹਮਣੇ, ਉਹ ਆਪਸ਼ਨਾਂ ਦੇਖਦੇ ਹਾਂ ਫਿਲਹਾਲ ਕਿਹੜੀ ਆਪਸ਼ਨ ਕਿਸ ਚੀਜ਼ ਦੀ ਗੱਲ ਕਰਦਾ ਹੈ। ਤਾਂ ਆਪਸ਼ਨ ਨੰਬਰ 1 ਸਾਡੇ ਵਾਸਤੇ ਇਹੀ ਹੈ that children are pre-determined। ਪਹਿਲਾਂ ਹੀ ਜਿਹੜੇ ਬੱਚੇ ਹੁੰਦੇ ਨੇ ਪਹਿਲਾਂ ਹੀ ਆਪਣੇ ਗੋਲ ਨੂੰ ਲੈ ਕੇ ਡਿਟਰਮਿਨ ਹੁੰਦੇ ਨੇ, ਇਸ ਚੀਜ਼ ਦੀ ਗੱਲ ਕੀਤੀ ਗਈ ਹੈ, ਜਦਕਿ ਇਹ ਗਲਤ ਹੈ। ਪ੍ਰੀ ਆਪਰੇਸ਼ਨ ਸਟੇਜ ਦੇ ਵਿੱਚ ਜਿਹੜਾ ਬੱਚਾ ਹੁੰਦਾ ਹੈ ਉਹ ਆਪਣੇ ਮੈਂਟਲ ਆਪਰੇਸ਼ਨ ਨੂੰ ਕੀ ਕਰਦਾ, ਪਰਫਾਰਮ ਕਰਦਾ ਹੈ। ਜਿਹੜੀ ਚੀਜ਼ਾਂ ਸੋਚਦਾ ਉਹ ਸੋਚਦਾ ਤਾਂ ਹੈਗਾ ਲੌਜਿਕ ਵੇ ਨਾਲ, ਸਟਾਰਟ ਤਾਂ ਕਰਦਾ ਲੇਕਿਨ ਉਸ ਚੀਜ਼ ਨੂੰ ਲੇਕਿਨ ਪ੍ਰੋਪਰ ਤਰੀਕੇ ਨਾਲ ਸਮਝ ਨਹੀਂ ਪਾਉਂਦਾ। ਤਾਂ ਪ੍ਰੀ ਡਿਟਰਮਿਨ ਇਹ ਸਾਡੇ ਵਾਸਤੇ ਰਾਈਟ ਆਨਸਰ ਨਹੀਂ ਹੈ। ਤਾਂ ਆਪਸ਼ਨ ਨੰਬਰ ਜਿਹੜੀ ਬੀ ਹੈ ਸਾਡੇ ਵਾਸਤੇ ਕਿਸ ਚੀਜ਼ ਦੀ ਗੱਲ ਕਰਦੀ ਹੈ? ਦ ਚਿਲਡਰਨ ਹੈਵ ਨੋਟ ਯੈਟ ਟੂ ਮਾਸਟਰ। ਹਾਂ ਇਹ ਚੀਜ਼ ਹੋ ਸਕਦੀ ਹੈ ਬਟ ਅੱਗੇ ਪੜ੍ਹ ਲੈਨੇ ਆ। ਦ ਅਬਿਲਿਟੀ
टू परफॉर्म मैंटल ऑपरेशन ਜਿਹੜਾ ਬੱਚਾ ਹੁੰਦਾ ਹੈ ਆਪਣੀ ਮੈਂਟਲ ਆਪਰੇਸ਼ਨ ਦੇ ਉੱਤੇ ਪੂਰੀ ਚੰਗੀ ਤਰੀਕੇ ਨਾਲ ਮਾਸਟਰ ਨਹੀਂ ਹੁੰਦਾ। ਮੈਂ ਤੁਹਾਨੂੰ ਕਿਹਾ ਸੀ ਨਾ ਬੱਚਾ ਡਿਸੀਜਨ ਲੈਣੇ ਸਟਾਰਟ ਤਾਂ ਕਰ ਦਿੰਦਾ ਲੇਕਿਨ ਡਿਸੀਜਨ ਲੈਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਇਲੌਜੀਕਲ ਹੁੰਦੀ ਹੈ। ਬੱਚਾ ਇੱਥੇ ਆਪਣੇ ਮੋਟਰ ਜਿਹੜੀ ਸਕਿੱਲਸ ਨੇ ਫਾਈਨ ਮੋਟਰ ਸਕਿੱਲਸ ਨੇ ਜਾਂ ਗ੍ਰੋਸ ਮੋਟਰ ਸਕਿੱਲਸ ਨੇ ਉਹਨਾਂ ਨੂੰ ਪਰਫਾਰਮ ਕਰਨ ਦੀ ਕੀ ਕਰਦਾ ਸਟਾਰਟਿੰਗ ਕਰਦਾ ਸਟਾਰਟਿੰਗ ਪੁਆਇੰਟ ਇੱਕ ਤਰ੍ਹਾਂ ਦਾ। ਜਦ ਕਿ ਅਗਰ ਕੁਐਸਚਨ 'ਚ ਦੇਖਿਆ ਜਾਵੇ ਤਾਂ ਪੁੱਛਦਾ ਕੀ ਹੈ ਪ੍ਰੀ ਆਪਰੇਸ਼ਨਲ ਤਾਂ ਸਾਡੇ ਵਾਸਤੇ ਰਾਈਟ ਆਨਸਰ ਵੀ ਇਹੀ ਬਣੇਗਾ। ਬੀ ਆਨਸਰ ਸਾਡੇ ਵਾਸਤੇ ਕੀ ਹੋਊਗਾ ਰਾਈਟ ਆਨਸਰ ਹੋਏਗਾ। ਬੱਚਾ ਉਹ ਸਿਰਫ ਜਿਹੜਾ ਹੁੰਦਾ ਆਪਣੀ ਥਿੰਕਿੰਗ ਸਕਿੱਲ ਨੂੰ ਸਟਾਰਟ ਕਰਦਾ ਪੂਰਾ ਮਾਸਟਰ ਨਹੀਂ ਹੋਇਆ ਹੁੰਦਾ ਤਾਂ ਬੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਬਣੇਗਾ ਇਸ ਕੁਐਸਚਨ ਨੂੰ ਲੈ ਕੇ। ਨੈਕਸਟ ਆਓ ਕੁਐਸਚਨ ਨੰਬਰ 8 ਦੀ ਗੱਲ ਕਰੀਏ। ਹੂ ਹੈਜ਼ ਡਿਫਾਈਨ ਜਾਂ ਡਿਸਕ੍ਰਾਈਬ ਹਿਊਮਨ ਬਿਹੇਵੀਅਰ ਐਂਡ ਡਿਵੈਲਪਮੈਂਟ ਐਜ਼ ਦ ਪ੍ਰੋਸੈਸ ਆਫ ਰਿਸਪੋਂਡਿੰਗ ठीक है एज द प्रोसैस ऑफ रिस्पोंडिंग टू रिवॉर्ड जिथे गल की सी रिवॉर्ड दी और जिथे गल की गई सी पनिशमेंट दी। ठीक है तुहानू सब नू पता है रीफोर्समेंट की गल की गई है ह्यूमन बिहेवियर के डिवेलपमेंट लेके तो इन्हां वास्ते जिहड़ा बंदा हैगा सी जिन्हां ने गल कीती सी तुहाडे अपने बिहेवियर नू एक तरह मोडिफाई करन दी या शेप देण दी और कौन सीगे उस बंदे दा नाम की सीगा। तो इस तो पहला भी क्वेश्चन आया साडा अपना जिस ऑपरेट कंडीशन की गल की गई सी तो ऑपरेट कंडीशन जी थ्योरी दी गई सी BF स्किनर द्वारा दी गई सी जिहदे विच उन्होंने गल की सी रिवॉर्ड की और गल की तुहाडे अपने पनिशमेंट की। ठीक है रीफोर्समेंट ताकि बच्चा बाद तो बाद मोटिवेट हो सके। ठीक है तो आप भुलिया नहीं जा सकता नाम तो ऑप्शन चेक कर लेने तो ऑप्शन के विच उन्होंने राइट आंसर इको ही बनेगा दैट्स कॉल्ड सी ऑप्शन BF स्किनर क्योंकि इन्होंने बहुत इंपॉर्टेंट थ्योरी अगर मैं गल करा लर्निंग थ्योरी लैके ਤਾਂ ਜਦੋਂ ਵੀ ਇੱਕ ਪੇਪਰ ਦੇ ਕਨਸੈਪਟ ਨਾਲ ਦੇਖਿਆ ਜਾਵੇ ਤਾਂ ਕੁਐਸਚਨ ਇਹਦੇ ਵਿੱਚ ਪਾ ਹੀ ਜਾਂਦਾ ਤਾਂ ਤੁਸੀਂ ਆਪ ਹੀ ਦੇਖ ਰਹੇ 2018 ਦੇ ਵਿੱਚ ਇਸੇ ਥਿਊਰੀ ਦੇ ਵਿੱਚੋਂ 2 ਕੁਐਸਚਨ ਆ ਚੁੱਕੇ ਨੇ। ਠੀਕ ਹੈ ਜੀ ਤੇ ਧਿਆਨ ਨਾਲ ਪੜ੍ਹ ਕੇ ਜਾਈਏ BF ਸਕਿਨਰ ਦੀ ਇੰਪੋਰਟੈਂਟ ਥਿਊਰੀ ਹੈ। ਨੈਕਸਟ ਆਓ ਕੁਐਸਚਨ ਨੰਬਰ 9। ਕੁਐਸਚਨ ਨੰਬਰ 9 ਵਿਚ ਸਟੇਟ ਇਜ਼ ਨੋਟ ਟਰੂ ਨੀਚੇ ਦਿੱਤੀ ਹੋਈ ਸਟੇਟਮੈਂਟ ਦਿੱਤੀ ਹੋਈਆਂ ਨੇ ਫਿਲਹਾਲ ਉਹਨਾਂ ਨੇ ਕਹਿੰਦਾ ਕਿਹੜੀ ਟਰੂ ਨਹੀਂ ਹੈਗੀ ਨੋਟ ਦੀ ਗੱਲ ਕੀਤੀ ਹੈ किस चीज़ के बारे सही नहीं हैगी एक इंक्लूजन के बारे सही नहीं हैगी। ठीक है इंक्लूसिव एजुकेशन तुहानू सब नू पता है होंदी किहड़ी है जिस च नॉर्मल बच्चा भी पढ़ सकता है डाइवर्सिटी वाला बच्चा भी पढ़ सकता है हैंडीकैप्ड बच्चा भी पढ़ सकता है स्पैशल चिल्ड्रन भी पढ़ सकता है। पर नीचे कहता कि जिहड़ी सही नहीं हैगी मतलब 4 ऑप्शन ने 4 दे विच 3 सही होणगे एक गलत होएगी तो पढ़ लेने साडे वास्ते किहड़ी है। ए ऑप्शन कहता की है वेलकम डिवर्सिटी कहता ਜਿਹੜੇ ਬੱਚੇ ਵਿਭਿੰਨਤਾ ਵਾਲੇ ਹੁੰਦੇ ਨੇ ਉਹ ਬੱਚੇ ਹੁੰਦੇ ਨੇ ਹਾਂਜੀ ਹੁੰਦੇ ਨੇ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਨਾਰਮਲ ਵੀ ਹੁੰਦੇ ਨੇ ਡਾਈਵਰਸਿਟੀ ਵੀ ਹੁੰਦੀ ਹੈ ਲਾਈਕ ਦੂਸਰੀ ਬੱਚੇ ਜਿਹੜੇ ਐਕਸੈਪਸ਼ਨਲ ਬੱਚੇ ਨੇ ਉਹ ਵੀ ਇਹਦੇ ਵਿੱਚ ਆਣਗੇ। ਤਾਂ ਬੀ ਆਪਸ਼ਨ ਸਾਡੇ ਵਾਸਤੇ ਕਹਿੰਦਾ ਕੀ ਹੈ ਚਿਲਡਰਨ ਇਨ ਸਕੂਲ ਹੂ ਮੇ ਫੀਲ ਐਕਸਕਲੂਡਡ ਉਹ ਬੱਚੇ ਜੋ ਆਪਾਂ ਨੂੰ ਬਾਹਰੋਂ ਮਹਿਸੂਸ ਕਰਦੇ ਨੇ। ਠੀਕ ਹੈ ਸੀ ਆਪਸ਼ਨ ਸਾਡੇ ਵਾਸਤੇ ਬੈਨੀਫਿਟ ਆਲ ਦੀ ਲਰਨਰਸ ਨੋਟ ਓਨਲੀ ਟਾਰਗੇਟਿੰਗ। ਠੀਕ ਹੈ ਇਹ ਵੀ ਹੋ ਸਕਦੀ ਹੈ। ਡੀ ਆਪਸ਼ਨ ਸਾਡੇ ਵਾਸਤੇ ਹੈ मीटिंग द नीड्स ऑफ चिल्ड्रन विद डिसेबिलिटी ओनली ये भी हो सकती है लेकिन अगर इतने ओनली वर्ड ना आता। ठीक है लेकिन इतने वर्ड की आ गया ओनली आ गया तो साढ़े वास्ते जो राइट आंसर बनेगा और डी ऑप्शन ही बनेगी क्योंकि इतने वर्ड ओनली आ गया जे ओनली ना आता तो चारों थोड़े वास्ते सही सीगियां लेकिन इतने वर्ड दिता है कला ओनली। ठीक है तो साढ़े वास्ते ये इंक्लूजन का मिलता जुलता नहीं है क्योंकि इंक्लूजन च सारे बच्चे आते हैं नॉर्मल बच्चा भी आता है स्पैशल बच्चा भी आता है या एक्सैप्शनल बच्चा भी आता है या हैंडीकैप्ड बच्चा भी आता है सारे बच्चे ये रखे जाते हैं ये ध्यान रखना। डी ऑप्शन ये राइट आंसर है जिमें क्वेश्चन च पूछा गया सीगा डी ऑप्शन राइट आंसर आऊगा। नैक्सट आओ क्वेश्चन नंबर 10 इंपॉर्टेंट क्वेश्चन है पूछा कि गया क्वेश्चन दे विच विच ऑफ द फॉलोइंग एज ग्रुप कहता नीचे दी एज ग्रुप के विचों चिल्ड्रन एबिलिटी टू प्रनाउंस केड़ा बच्चा है ਦੀ ਐਬਿਲਿਟੀ ਕਿਸ ਚੀਜ਼ ਨੂੰ ਪ੍ਰੋਨਾਂਸ ਕਰ ਸਕਦੀ ਹੈ। ਜਿਹੜੇ ਲੈਟਰ ਦਿੱਤੇ ਹੋਏ ਨੇ ਲੈਟਰ ਕਿਹੜੇ ਨੇ W ਦਿੱਤਾ ਹੋਇਆ B T F G N ਇਹਨਾਂ ਐਲਫਾਬੈਟਸ ਨੂੰ ਪਰਫੈਕਟਲੀ ਤਰੀਕੇ ਨਾਲ ਪ੍ਰੋਨਾਂਸ ਕਰਨਾ ਕਿਹੜੀ ਏਜ ਗਰੁੱਪ ਦਾ ਬੱਚਾ ਇਹਦੇ ਪਾਸ ਐਬਿਲਿਟੀ ਪਾਈ ਜਾਂਦੀ ਹੈ। ਏਜ ਗਰੁੱਪ ਦੀ ਗੱਲ ਕੀਤੀ ਗਈ ਹੈ ਆਪਸ਼ਨਾਂ ਨੇ 12 ਤੋਂ 18 ਮਹੀਨੇ ਦਾ ਬੱਚਾ 24 ਤੋਂ ਲੈ ਕੇ 36 ਮਹੀਨੇ ਦਾ ਬੱਚਾ 18 ਤੋਂ ਲੈ ਕੇ 24 ਮਹੀਨੇ ਦਾ ਬੱਚਾ या 3 ਤੋਂ ਲੈ ਕੇ 5 ਸਾਲਾਂ ਤੱਕ ਦਾ ਬੱਚਾ। ਤਾਂ ਪਰਫੈਕਟ ਦੀ ਗੱਲ ਕੀਤੀ ਗਈ ਹੈ ਤਾਂ 3 ਤੋਂ ਲੈ ਕੇ 5 ਸਾਲ ਦੇ ਬੱਚੇ ਜਿਹੜੀ ਉਮਰ ਹੁੰਦੀ ਹੈ ਉਹ ਸਕੂਲ ਗੋਇੰਗ ਏਜ ਹੁੰਦੀ ਹੈ।
ठीक है, ਇਹਦੇ ਵਿੱਚ ਹੀ ਬੱਚਾ ਸਕੂਲ ਦੇ ਵਰਕ ਨੂੰ ਚੰਗੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਡੀ ਆਪਸ਼ਨ ਸਾਡੇ ਵਾਸਤੇ ਰਾਈਟ ਆਨਸਰ ਆਊਗਾ। 3 ਤੋਂ ਲੈ ਕੇ 5 ਸਾਲ ਤੱਕ ਦਾ ਬੱਚਾ ਇਸ ਨਾਲ ਉੱਪਰ ਐਲਫਾਬੈਟ ਨੂੰ ਚੰਗੇ ਤਰੀਕੇ ਨਾਲ ਪਰਫੈਕਟ ਤਰੀਕੇ ਨਾਲ ਪ੍ਰੋਨਾਂਸ ਕਰ ਸਕਦਾ ਹੈ। ਆਪਸ਼ਨ ਨੰਬਰ ਡੀ। ਨੈਕਸਟ ਆਓ क्वेश्चन नंबर 11th। क्वेश्चन नंबर 11th अकॉर्डिंग द मोस्ट एप्रोप्रिएट मीनिंग ऑफ द लर्निंग, ਜਿਹੜਾ ਲਰਨਿੰਗ ਦਾ ਇੱਕ ਐਪਰੋਪ੍ਰੀਏਟ ਮੀਨਿੰਗ ਹੈ ਅਕॉर्डिंग टू गेट्स, गेट्स ਦੇ ਦੁਆਰਾ ਉਹ ਕਿਹੜਾ ਹੋਏਗਾ, गेट्स ਦੇ ਦੁਆਰਾ ਉਹ ਕਿਹੜਾ ਹੋਏਗਾ, ਇਸ ਚੀਜ਼ ਦੀ ਗੱਲ ਕੀਤੀ ਗਈ ਹੈ ਫਿਲਹਾਲ। ਠੀਕ ਹੈ ਜੀ, ਤਾਂ ਧਿਆਨ ਰੱਖਿਓ ਇਹ ਜਿਹੜੀ ਗੇਟਸ ਦੀ ਥਿਊਰੀ ਦਿੱਤੀ ਹੋਈ ਹੈ ਤਾਂ ਲਰਨਿੰਗ ਦੇ ਡੈਫੀਨੇਸ਼ਨ ਨੂੰ ਦੱਸਦੀ ਹੈ ਤਾਂ ਕਿਹੜੀ ਚੀਜ਼ ਹੋਣੀ ਚਾਹੀਦੀ ਹੈ। ਤਾਂ ਇਹ ਆਪਸ਼ਨ ਦਿੱਤੀ ਹੋਈ ਹੈ ਇਨਕਰਪਲੇਸ਼ਨ ਆਫ ਦੀ ਨੌਲੇਜ, ਕਿ ਨੌਲੇਜ ਦਾ ਸਿਰਫ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਜਿਹੜੀ ਸਾਨੂੰ ਗਿਆਨ ਦਿੱਤੀ ਗਈ ਹੈ ਇਹਦੀ ਪ੍ਰੇਰਣਾ ਹੋਣੀ ਜ਼ਰੂਰੀ ਹੈ। ਬੀ ਪੁਆਇੰਟ ਕਹਿੰਦਾ ਕੀ ਹੈ, ਜਿਹੜਾ ਬਿਹੇਵੀਅਰ ਹੈ ਉਹਦੀ ਮੋਡੀਫਿਕੇਸ਼ਨ ਹੋਏਗੀ। ਠੀਕ ਹੈ, ਕਿਹਦੇ ਥਰੂ ਹੋ ਸਕਦੀ ਹੈ, ਐਕਸਪੀਰੀਅੰਸ ਦੇ ਥਰੂ ਜਾਂ ਟ੍ਰੇਨਿੰਗ ਦੇ ਥਰੂ। ਰਾਈਟ ਆਨਸਰ ਇਹੀ ਬਣੇਗਾ। ਬਾਕੀ ਚੀਜ਼ਾਂ ਵੀ ਹੋ ਸਕਦੀਆਂ ਲੇਕਿਨ ਉੱਥੇ ਐਕਸਪੀਰੀਅੰਸ ਦੀ ਗੱਲ ਕੀਤੀ ਗਈ ਹੈ ਔਰ ਟ੍ਰੇਨਿੰਗ ਦੀ ਗੱਲ ਕੀਤੀ ਗਈ ਹੈ। ਤਾਂ ਬੀ ਆਪਸ਼ਨ ਸਾਡੇ ਵਾਸਤੇ ਕੀ ਹੈ, ਰਾਈਟ ਆਨਸਰ ਹੈ। ਅਕॉर्डिंग टू गेट्स अकॉर्डिंग लर्निंग ਦੀ ਮੀਨਿੰਗ ਕੀ ਹੋਏਗਾ। ਠੀਕ ਹੈ ਜੀ, ਨੈਕਸਟ ਆਓ क्वेश्चन नंबर 11। क्वेश्चन नंबर 11 ਸਿੰਪਲ ਕੁਐਸਚਨ ਸੀਗਾ ਜੋ ਗੱਲ ਕਰਦਾ ਵੀ ਇੱਕ ਤਰ੍ਹਾਂ ਦੀ ਦ ਐਜੂਕੇਸ਼ਨ ਦੈਟ ਚਾਈਲਡ ਰਿਸੀਵ ਇਨ ਫੈਮਿਲੀ, ਐਸੀ ਐਜੂਕੇਸ਼ਨ ਜਿਹੜਾ ਬੱਚਾ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਸਿੱਖਦਾ ਜਾਂ ਰਿਸੀਵ ਕਰਦਾ ਹੈ ਉਸ ਐਜੂਕੇਸ਼ਨ ਨੂੰ ਅਸੀਂ ਕੀ ਬੋਲਦੇ ਹਾਂ। ਏ ਆਪਸ਼ਨ ਹੈ ਫਾਰਮਲ, ਬੀ ਆਪਸ਼ਨ ਹੈ ਇਨਫਾਰਮਲ। ਜਿਹੜੀ ਫਾਰਮਲ ਹੁੰਦੀ ਆ ਉਹ ਤੁਹਾਨੂੰ ਸਭ ਨੂੰ ਪਤਾ ਰੂਲ ਔਰ ਰੈਗੂਲੇਸ਼ਨਸ ਦੇ ਅਕੋਰਡਿੰਗ ਜਿਹੜੀ ਅਸੀਂ ਸਕੂਲ ਦੇ ਵਿੱਚ ਲੈਂਦੇ ਹਾਂ ਜਾਂ ਕਾਲਜ ਦੇ ਵਿੱਚ ਲੈ ਲੈਂਦੇ ਹਾਂ। ਲੇਕਿਨ ਇਨਫਾਰਮਲ ਇੱਕ ਐਸੀ ਹੈ ਜੋ ਸਾਨੂੰ ਘਰੇ ਵੀ ਮਿਲ ਸਕਦੀ ਹੈ। ਤਾਂ ਕਹਿ ਰੱਖ ਸਕਦੇ ਹਾਂ ਆਨਸਰ ਇਹੀ ਆਊਗਾ ਸਾਡੇ ਵਾਸਤੇ। ਬੀ ਆਪਸ਼ਨ ਰਾਈਟ ਆਨਸਰ ਹੈ। ਜੋ ਫੈਮਿਲੀ ਦੇ ਵਿੱਚ ਰਹਿ ਕੇ ਸਾਨੂੰ ਐਜੂਕੇਸ਼ਨ ਮਿਲਦੀ ਹੈ ਉਹ ਐਜੂਕੇਸ਼ਨ ਸਾਡੇ ਵਾਸਤੇ ਇਨਫਾਰਮਲ ਐਜੂਕੇਸ਼ਨ ਹੈ। ਕਿਹੜੀ ਹੈ ਜੀ, ਇਨਫਾਰਮਲ। ਨੈਕਸਟ ਆਓ क्वेश्चन नंबर 13 क्वेश्चन ਥੋੜਾ ਜਿਹਾ ਨੂਮੈਰੀਕਲ ਬੇਸ ਤੇ ਕੁਐਸਚਨ ਸੀਗਾ। ਤਾਂ ਦੇਖੋ ਕਹਿੰਦੇ ਕਿ ਇਸ ਕੁਐਸਚਨ ਦੇ ਵਿੱਚ ਵਟ ਵਿਲ ਦਾ ਆਈਕਿਊ, ਜਦੋਂ ਇੰਟੈਲੀਜੈਂਟ ਕੁਐਸਚਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਧਿਆਨ ਰੱਖਿਓ ਫਾਰਮੂਲਾ ਇੱਕ ਯਾਦ ਆਇਆ ਹੋਊਗਾ ਫਿਲਹਾਲ ਤੁਹਾਨੂੰ। ਫਾਰਮੂਲਾ ਆਈਕਿਊ ਦਾ ਫਾਰਮੂਲਾ ਅਸੀਂ ਪਹਿਲਾਂ ਵੀ ਕਰਕੇ ਆਏ ਸੀ। ਇਹਦਾ ਫਾਰਮੂਲਾ ਹੁੰਦਾ ਸੀਗਾ ਮੈਂਟਲ ਏਜ, ਡਿਵਾਈਡ ਕਰਦੇ ਸੀ ਉਹਨੂੰ ਅਸੀਂ ਕ੍ਰੋਨਿਕਲ ਏਜ ਦੇ ਨਾਲ ਔਰ ਮਲਟੀਪਲਾਈ ਕਰਦੇ ਸੀ ਅਸੀਂ ਕਿਹਦੇ ਨਾਲ, 100 ਦੇ ਨਾਲ। ਤਾਂ ਹੁਣ ਕੁਐਸਚਨ ਪੜਾਂਗੇ। ਦੇਖੋ ਕਹਿੰਦਾ ਕਿ ਇਸ ਚੀਜ਼ ਦੇ ਵਿੱਚ ਵਟ ਵਿਲ ਦਾ ਆਈਕਿਊ ਆਫ 20 years old boy, ਇੱਕ 20 ਸਾਲਾਂ ਦਾ ਬੱਚਾ ਹੈ ਜਿਹਦੀ ਮੈਂਟਲ ਏਜ 15 ਸਾਲ ਦੀ ਹੈ। ਤਾਂ ਤੁਸੀਂ ਆਈਕਿਊ ਕਿਵੇਂ ਫਾਈਂਡ ਆਊਟ ਕਰਕੇ ਦਿਖਾਓਗੇ। ਤਾਂ ਕੁਐਸਚਨ ਦੇ ਅਕੋਰਡਿੰਗ ਸਾਨੂੰ ਐਮਏ ਦਿੱਤੀ ਹੋਈ ਹੈ ਯਾਨੀ ਕਿ ਮੈਂਟਲ ਏਜ ਦਿੱਤੀ ਹੋਈ ਹੈ 15 ਦੀ। ਤਾਂ 15 ਸਾਡੇ ਵਾਸਤੇ ਐਮਏ ਬਣ ਗਿਆ। ਕ੍ਰੋਨਿਕਲ ਏਜ ਸਾਨੂੰ ਦਿੱਤੀ ਹੋਈ ਹੈ ਬੱਚੇ ਦੀ 20 ਸਾਲ ਦੀ ਉਮਰ ਹੈ ਤਾਂ ਸੀਏ ਸਾਨੂੰ 20 ਪਤਾ ਲੱਗ ਗਈ। ਤਾਂ ਮਲਟੀਪਲਾਈਜ਼ ਕਰਾਂਗੇ ਅਸੀਂ 100 ਦੇ ਨਾਲ। ਤਾਂ ਜਦੋਂ ਅਸੀਂ ਇਹਨਾਂ ਨੂੰ ਮਤਲਬ ਆਪਸ ਦੇ ਵਿੱਚ ਡਿਵਾਈਡ ਕਰਕੇ ਪਤਾ ਲੱਗੂਗਾ ਕਿ ਸਾਡੀ ਜਿਹੜੀ ਆਪਸ਼ਨ ਆਏਗੀ ਉਹ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਠੀਕ ਹੈ, ਤਾਂ ਇਹਦੀ ਆਪਸ਼ਨ ਜਿਹੜੀ ਬਣੇਗੀ 15 into 5 ਕਰਕੇ ਸਾਡੇ ਵਾਸਤੇ 75 ਬਣ ਜਾਏਗਾ। ਠੀਕ ਹੈ, ਤਾਂ ਆਈਕਿਊ ਲੈਵਲ ਜਿਹੜਾ ਬੱਚੇ ਦਾ ਹੈਗਾ ਉਹ 75 ਦਾ ਹੈ। ਤਾਂ ਆਪਸ਼ਨਾਂ ਦੇਖ ਲੈਣਾ ਫਿਲਹਾਲ ਕਿਹੜੀ ਕਿਹੜੀਆਂ ਨੇ। ਏ ਆਪਸ਼ਨ ਕਹਿੰਦਾ 64, ਬੀ ਆਪਸ਼ਨ ਸਾਡੇ ਵਾਸਤੇ ਕਹਿੰਦਾ 75। ਤਾਂ ਰਾਈਟ ਆਨਸਰ ਸਾਡੇ ਵਾਸਤੇ 75 ਆਊਗਾ। ਆਪਸ਼ਨ ਨੰਬਰ ਬੀ ਸਾਡੀ ਰਾਈਟ ਆਨਸਰ ਹੈ। ਅਗਰ ਕਿਸੇ ਬੱਚੇ ਨੂੰ ਇਸਦਾ ਫਾਰਮੂਲਾ ਆਂਦਾ ਹੈ ਉਹੀ ਬੱਚਾ ਇਸ ਨੂੰ ਸੋਲਵ ਕਰ ਸਕਦਾ ਹੈ। ਠੀਕ ਹੈ ਜੀ, ਧਿਆਨ ਰੱਖਣਾ। ਨੈਕਸਟ ਆਓ क्वेश्चन नंबर 14 ਸਕੈਫੋਲਡਿੰਗ ਅਕੋਰਡਿੰਗ ਟੂ ਸੋਸ਼ਲ ਕੰਸਟਰਕਟਿਵਿਸਟ ਥਿਊਰੀ। ਹੁਣ ਧਿਆਨ ਰੱਖਿਓ ਸਕੈਫੋਲਡਿੰਗ ਜਿਹੜੀ ਟਰਮ ਦਿੱਤੀ ਗਈ ਸੀ ਉਹ ਤੁਹਾਡੇ ਆਪਣੇ ਲੀਵ ਵਿਗੋਸਕੀ ਦੁਆਰਾ ਦਿੱਤੀ ਗਈ ਸੀ ਜਿਨ੍ਹਾਂ ਨੇ ਸੁਸਾਇਟੀ ਦੀ ਗੱਲ ਕੀਤੀ ਸੀ, ਤੁਹਾਡੇ ਆਪਣੇ ਸੋਸ਼ਲ ਲਰਨਿੰਗ ਪ੍ਰੋਸੈਸ ਦੀ ਗੱਲ ਕੀਤੀ ਸੀ। ਤਾਂ ਸਕੈਫੋਲਡਿੰਗ ਦਾ ਮਤਲਬ ਕੀ ਹੋ ਸਕਦਾ ਹੈ। ਤਾਂ ਜਦੋਂ ਵੀ ਅਸੀਂ ਨੋਟਸ ਖੋਲ ਕੇ ਦੇਖੇ, ਜਦੋਂ ਵੀ ਸਾਨੇ ਟਰਮ ਨੂੰ ਯਾਦ ਕੀਤਾ ਹੈ ਤਾਂ ਦਿਮਾਗ 'ਚ ਇੱਕ ਗੱਲ ਆਈ ਸੀ ਜਿਸੇ ਟੈਂਪਰੇਰੀ ਸਪੋਰਟ ਦਿੱਤੀ ਜਾਂਦੀ ਹੈ, ਟੈਂਪਰੇਰੀ ਹੈਲਪ ਦਿੱਤੀ ਜਾਂਦੀ ਹੈ। ਤਾਂ ਨਾਮ ਦੇ ਅਕੋਰਡਿੰਗ ਸਾਨੂੰ ਸਕੈਫੋਲਡਿੰਗ ਪਤਾ ਹੈ ਪਰ ਆਪਸ਼ਨ ਦੇਖੋ ਕੀ ਕਹਿੰਦਾ ਇਹਦੇ ਵਿੱਚ। ਏ ਆਪਸ਼ਨ ਸਾਡੇ ਵਾਸਤੇ ਸਟੀਮੂਲੇਸ਼ਨ ਟੀਚਿੰਗ, ਬੀ ਸਾਡੇ ਵਾਸਤੇ ਰੀਕੈਪਚੁਲੇਸ਼ਨ ਆਫ ਦੀ ਪ੍ਰੀਵੀਅਸ ਲਰਨਿੰਗ ਕਿ ਜਿਹੜੀ ਪੁਰਾਣੀ ਸਿੱਖਿਆ ਦਿੱਤੀ ਗਈ ਸੀ ਉਹਨੂੰ ਦੁਬਾਰਾ ਤੋਂ ਦੇਖਣਾ। ਸੀ ਆਪਸ਼ਨ ਸਾਡੇ ਵਾਸਤੇ ਕਹਿੰਦੇ ਗਿਵਿੰਗ ਸਪੋਰਟ ਇਨ ਦ ਲਰਨਿੰਗ ਬਾय ਅਡਲਟ, ਇੱਕ ਤਰ੍ਹਾਂ ਦੇ ਸਪੋਰਟ ਦਿੱਤੀ ਜਾਊਗੀ ਲਰਨਿੰਗ ਜੋ ਸਾਡੇ ਵਾਸਤੇ ਅਡਲਟ ਦੁਆਰਾ ਦਿੱਤੀ ਜਾਂਦੀ ਹੈ। ਵੈਸੇ ਸਕੈਫੋਲਡਿੰਗ ਕਹਿੰਦੀ ਹੈ ਕਿ ਉਹਦੇ ਵਾਸਤੇ ਉਹ ਤਾਂ ਨੌਲੇਜ ਲੈ ਲਓ ਜੋ ਸਾਨੂੰ ਟੈਂਪਰੇਰੀ ਹੈਲਪ ਵੀ ਦੇ ਸਕਦਾ ਹੈ। ਤਾਂ ਇੱਥੇ ਵਰਡ ਸਪੋਰਟ ਹੀ ਆ ਚੁੱਕਿਆ ਤਾਂ ਰਾਈਟ ਆਨਸਰ ਤੁਹਾਡਾ ਬਣਨਾ ਇਹਦੇ ਵਿੱਚ ਸੀ ਆਪਸ਼ਨ ਰਾਈਟ ਬਣੂਗਾ। ਜਿਸ ਸਾਨੂੰ ਇੱਕ ਅਡਲਟ ਤੋਂ ਕੀ ਮਿਲਦੀ ਹੈ, ਸਾਨੂੰ ਸਪੋਰਟ ਮਿਲਦੀ ਹੈ। ਉਸ ਟਰਮ ਨੂੰ ਅਸੀਂ ਕੀ ਬੋਲਦੇ ਹਾਂ, ਸਕੈਫੋਲਡਿੰਗ ਬੋਲਦੇ ਹਾਂ।
ਤਾਂ सी ऑप्शन ਸਾਡੇ ਵਾਸਤੇ ਇਹਦੇ ਵਿੱਚ ਰਾਈਟ ਬਣੇਗਾ। ਨੈਕਸਟ ਆਓ क्वेश्चन नंबर 15 ईजी क्वेश्चन है द पीरियड ऑफ सेंसरी मोटर नाम तो याद आ गया हो जो बच्चा अपनी सिर्फ सेंस ऑर्गन की करता है यूज करता है जीन पियाजे के अकॉर्डिंग जो बच्चा अपनी सेंस ऑर्गन यूज करता है उस बच्चे जी उम्र होंगी है वो साडे वास्ते इन्फेंट पीरियड की होंगी है तो तुहानूं ये भी पता होना चाहिए उम्र किन्ने साल की होगी तो सेंसरी मोटर एज वाला बच्चा 0 तो लैके 2 साल तक का होगा इन्फेंट पीरियड वाला। तो ऑप्शन साडे वास्ते बहुत सारियां दित्ती हुई ने पर जे सानू याद होगा तो असीं इक्को ही आंसर टिक मार करांगे। ऑप्शन दित्ती हुई है 0 तो लैके 2 साल तक की जो साडे वास्ते बी ऑप्शन बनती हुई है। क्वेश्चन नंबर 15 बी आंसर है 0 तो लैके 2 साल तक का बच्चा जो सेंसरी मोटर ऑर्गन की करता है यूज करता है। नैक्सट आओ क्वेश्चन नंबर 16 थोड़ा जिहा मुश्किल क्वेश्चन है लेकिन जिथे एक ट्रिक की गल की जाए उत्थे तुहानूं ट्रिक समझा भी रखी है उत्थे की आऊगा। तो क्वेश्चन नंबर 16 पहले पढ़ के देखते हैं फिर ट्रिक यूज करांगे। द रूल्स फॉर इफेक्टिव टीचिंग मेड फ्रॉम द एक्सपीरियंसिस ऑफ द टीचर्स एंड द थिंकर्स आर कॉल्ड उस चीज़ नूं असीं की बोलते हैं। मैं तुहानूं ट्रिक दसी सी जिथे भी वर्ड रूल्स की गल की जाती है ठीक है तो रूल्स के नाम तो देखा जाए तो इस क्वेश्चन च पूछता है ऐसा केड़ा मैथड है या कह सकते प्रोसैस है जिहदे विच टीचर्स की टीचिंग नूं इफैक्टिव बनाया जा सकता है। तो रूल्स की गल करते हैं तो ऑप्शनां के अकॉर्डिंग इको ही वर्ड च रूल्स नूं डिफाइन करूगा डिस्क्राइब करूगा दैट्स कॉल्ड अ मार्क्सिम्स। मार्क्सिम ऑफ टीचिंग जिहड़ी हैगी तुहाडे वास्ते और रूल्स नूं रिप्रजेंट करती है और जिहड़ी तुहाडे अपने एक्सपीरियंस तो बच्चे मतलब टीचिंग इफैक्टिव हुंदी है उहनूं असीं की बोलते हैं मार्क्सिम ऑफ टीचिंग बोलते हैं। तो राइट आंसर साडे वास्ते बी ऑप्शन बननी है ना कि बाकी ऑप्शन कोई सिलेक्ट होणगियां ना मैथड आऊगा ना टेक्नीक होएगी ना स्ट्रैटेजीज होएगी क्योंकि रूल्स अपने आप दे विच एक्चुअल डिफाइन करदे ने एक टर्म नूं दैट्स कॉल्ड अ मार्क्सिम ऑफ टीचिंग्स ठीक है जी। नैक्सट आओ क्वेश्चन नंबर 17 क्वेश्चन नंबर 17 थोड़ा लेंथी क्वेश्चन सीगा लेकिन क्वेश्चन दे विच ही आंसर दिता होया है। तो देखो क्वेश्चन च की कहंदा इहदे विच प्राइमरी स्कूल चिल्ड्रन विल लर्न मोस्ट इफेक्टली इन द एटमोसफेयर ਜਿਹੜੇ ਬੱਚੇ ਨੇ ਛੋਟੇ ਬੱਚੇ ਨੇ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਉਹ ਕਦੋਂ ਇਫੈਕਟਿਵ ਹੋਣਗੇ ਜਦੋਂ ਉਹ ਪੜ੍ਹਦੇ ਨੇ ਆਪਣੀ ਐਟਮੋਸਫੇਅਰ ਦੇ ਵਿੱਚ। ਬੱਚੇ ਦਾ ਆਪਣਾ ਐਟਮੋਸਫੇਅਰ ਹੈ ਬੱਚਾ ਕ੍ਰੀਏਟਿਵਿਟੀ ਹੈ क्यूरियस है क्वेश्चन पूछेगा तब बच्चा वो किस तरह सुभाव का होएगा। तो ए ऑप्शन पढ़ लेने वेयर द इमोशनल नीड्स इत्थे आंसर पता लग चुका होगा क्वेश्चन दिता है इमोशन क्योंकि उस तरह जो बच्चे होंगे ने छोटी क्लास वाले ज़्यादा इमोशनेबल होंगे ने मारोगे तो बच्चा रोएगा या ढीठ भी हो सकता स्टबन भी हो सकता है। तो देखो कहता की है जो बच्चे तुम नीड्स में फुलफिल करोगे तो बच्चा ओबवियस उत्थे खुश रहूगा। तो ऑप्शन ए साडे वास्ते की कहती है वेयर देयर इमोशन नीड्स आर मैट जिथे बच्चे की कह सकते अपन मां जरूरतां पूरियां की जा सकदियां ने एंड दे फील दैट दे आर दी वैल्यूड और वो भी फील करन कि वो बहुत सारी कीमती ने कीमत ने वो कोई ना कोई कीमत हैगी है तो बच्चा की रहेगा संतुष्ट रहेगा सैटिस्फाई रहेगा। तो ध्यान रखना ए ऑप्शन साडे वास्ते राइट आंसर आऊगी लेकिन आप बाकी ऑप्शन भी फिलहाल चैक कर लेने इस चीज़ में लैके बाकी ऑप्शन भी आ सकदियां ने चैक कर लेने। बी ऑप्शन कहता कि ये वेयर द टीचर आर ऑथोरिटीज हुण जिथे टीचर्स खुद एक तरह बॉस का काम करूगा उत्थे एक कह सकते कि हाँ वो बच्चे की नीड्स फुलफिल होंगियां नहीं बच्चा खुद अपने आप को यह समझे कि मैं घरे बैठा और टीचर भी नीड्स की करता फुलफिल करता रहा है। हुण बी ऑप्शन कहता कि टीचर बॉस हो गया अगर खुद ही टीचर बॉस हो गया तो फिर आगे बच्चे को की डिक्टेट करेगा। तो ऑप्शन बी आंसर साडे वास्ते राइट आंसर नहीं है। नैक्सट आओ सी ऑप्शन की कहती है जिथे वेयर द फोकस एंड स्ट्रेस आर ओनली द मास्टरिंग सिर्फ टीचर कि फोकस करते हुए ਜਿਹੜੇ बच्चे ऑलरेडी पहला सीख चुके हैं टीचर सिर्फ उन्होंने उत्ते फोकस करता हुआ तो भी साडे वास्ते परफेक्ट नहीं होएगा। तो टीचर जी प्रैक्टिस है वो ताही डिपेंड होएगी जो सारे बच्चे जरूरतों को किया जाऊगा पूरा किया जाऊगा। तो आंसर साडे वास्ते 17वें रिकॉर्डिंग ए ऑप्शन बनेगी जिहदे बच्चे को इमोशन नीड्स पूरे किए जाए और उन्होंने कोई ना कोई वैल्यू दी जाए। ठीक है जी। नैक्सट आओ क्वेश्चन नंबर 18 बहुत इंपॉर्टेंट क्वेश्चन है अगर चेक किया हो तो देखो ये की कहता है एंड 8 years old एक 8 साल का बच्चा है
shows exceptional sporting ability ਜਿਹਦੇ ਵਿੱਚ ਬੱਚੇ ਵਿਚਕਾਰ ਇੱਕ ਕਹਿ ਸਕਦੇ ਕਿ ਐਕਸਟਰਾ ਵੈਰਾਈਟੀ ਪਾਈ ਗਈ ਹੈ, ਸਪੋਰਟਿੰਗ ਐਬਿਲਿਟੀ ਪਾਈ ਗਈ ਹੈ। ਦੇਖੋ ਇਹਦੇ ਵਿੱਚ ਕੀ ਹੈ, ਸਪੋਰਟਿੰਗ ਐਬਿਲਿਟੀ ਦਾ ਮਤਲਬ ਇੱਕ 8 ਸਾਲਾਂ ਦੇ ਬੱਚੇ ਨੂੰ ਠੀਕ ਹੈ ਕਿਹਦੇ ਵਿੱਚ ਭੇਜਿਆ ਜਾਂ ਖੇਡਾਂ 'ਚ ਭੇਜਿਆ ਜਾ ਰਿਹਾ ਹੈ। ਬੋਥ ਆਫ ਆਰ ਪੇਰੈਂਟਸ ਆਰ ਸਪੋਰਟਸ ਪਰਸਨ, ਜਿਹੜਾ 8 ਸਾਲਾਂ ਦਾ ਬੱਚਾ ਹੈ ਉਹਦੇ ਪੇਰੈਂਟਸ ਖੁਦ ਹੀ ਸਪੋਰਟ ਪਰਸਨ ਨੇ ਐਂਡ ਸੈਂਡ ਹਰ ਫॉर ਅ ਕੋਚਿੰਗ ਐਵਰੀ ਡੇ, ਔਰ ਆਪਣੇ ਉਹ ਬੱਚੇ ਨੂੰ ਹਰ ਇੱਕ ਦਿਨ ਕੋਚਿੰਗ ਤੇ ਭੇਜਦੇ ਨੇ ਐਂਡ ਟ੍ਰੇਨ ਹਰ ਔਨ ਦੀ ਵੀਕਐਂਡ, ਔਰ ਉਸੇ ਬੱਚੇ ਨੂੰ ਇੱਕ ਹਫਤੇ ਦੇ ਵਿੱਚ ਲਾਸਟ ਦੇ ਵਿੱਚ ਸੰਡੇ ਦੇ ਵਿੱਚ ਉਹਦੇ ਮੰਮੀ ਪਾਪਾ ਨੂੰ ਟ੍ਰੇਨ ਕਰਦੇ ਨੇ। ਹਰ ਕੈਪੇਬਿਲਿਟੀਜ਼ ਆਰ ਮੋਸਟ ਲਾਈਕਲੀ, ਔਰ ਜਿਹੜੀ ਕੈਪੇਬਿਲਿਟੀਜ਼ ਨੇ ਉਹ ਕਿਹਨਾਂ ਦੋ ਚੀਜ਼ਾਂ ਦਾ ਕੀ ਨੇ, ਇੰਟਰੈਕਸ਼ਨ ਨੇ। ਠੀਕ ਹੈ, ਤਾਂ ਦੇਖਿਆ ਜਾਵੇ ਤਾਂ ਆਪਸ਼ਨਾਂ ਦੇ ਅਕੋਰਡਿੰਗ ਤਾਂ ਮੈਂ ਬਾਅਦ ਚ ਜਾਊਂਗਾ, ਪਹਿਲਾਂ ਮੈਂ ਤੁਹਾਨੂੰ ਇੱਥੇ ਹੀ ਟ੍ਰਿਕ ਦੱਸ ਦਿੰਦਾ। ਬੱਚੇ ਦੇ ਵਿੱਚ ਅਬਿਲਿਟੀ ਹੈ, ਕਾਹਦੀ ਅਬਿਲਿਟੀ ਹੈ, ਸਪੋਰਟਸ ਦੇ ਵਿੱਚ, ਉਹਦੇ ਖੁਦ ਦੇ ਪੇਰੈਂਟਸ ਵੀ ਸਪੋਰਟਸ ਦੇ ਵਿੱਚ ਨੇ, ਮਤਲਬ ਬੱਚਾ ਹੈਰੀਡਿਟਰੀ ਵਾਈਜ਼ ਤਾਂ ਬੱਚਾ ਬਹੁਤ ਜ਼ਿਆਦਾ ਸਟਰੋਂਗ ਹੈ ਕਿਉਂਕਿ ਮੰਮੀ ਪਾਪਾ ਓਬਵੀਅਸਲੀ ਸਪੋਰਟ ਪਰਸਨ ਨੇ ਤਾਂ ਬੱਚੇ ਨੂੰ ਸਪੋਰਟਸ ਵਿੱਚ ਭੇਜਦੇ ਰਹੇ ਨੇ। ਔਰ ਦੂਸਰੀ ਗੱਲ ਕੀਤੀ ਜਾਵੇ ਤਾਂ ਬੱਚੇ ਨੂੰ ਕੋਚਿੰਗ ਵੀ ਦਿਵਾਈ ਜਾ ਰਹੀ ਹੈ। ਠੀਕ ਹੈ, ਮਤਲਬ ਕੋਚਿੰਗ ਮਤਲਬ ਸੋਸ਼ਲ ਲਰਨਿੰਗ ਵੀ ਦਿੱਤੀ ਜਾ ਰਹੀ ਹੈ, ਇਨਵਾਇਰਨਮੈਂਟ ਵੀ ਦਿੱਤਾ ਜਾ ਰਿਹਾ ਹੈ। ਤੇ ਧਿਆਨ ਰੱਖਣਾ ਜਦੋਂ ਇਨਵਾਇਰਨਮੈਂਟ ਪਲੱਸ ਇੱਕ ਹੈਰੀਡਿਟਰੀ ਜੋੜੀ ਜਾਏਗੀ ਤਾਂ ਉਹ ਸਾਡੇ ਵਾਸਤੇ ਕੀ ਬਣ ਜਾਊਗਾ, ਇੱਕ ਸਪੈਸ਼ਲ ਐਬਿਲਿਟੀ ਬਣ ਜਾਊਗੀ। ਹੁਣ ਦੇਖੋ ਹੈਰੀਡਿਟਰੀ ਸਾਡੇ ਵਾਸਤੇ ਕੀ ਹੈ, ਪੇਰੈਂਟਸ ਹੋ ਗਏ ਕਿਉਂਕਿ ਪੇਰੈਂਟਸ ਦੇ ਥਰੂ ਬੱਚਾ ਸਪੋਰਟਸ ਦੇ ਵਿੱਚ ਇੰਟਰਸਟ ਲੈਂਦਾ ਹੋਇਆ, ਈਵਨ ਕਿ ਪੇਰੈਂਟਸ ਬੱਚੇ ਨੂੰ ਕੋਚਿੰਗ ਤੇ ਵੀ ਭੇਜਦੇ ਪਏ ਨੇ, ਯਾਨੀ ਕਿ ਇਨਵਾਇਰਨਮੈਂਟ ਵੀ ਮਿਲਦਾ ਹੋਇਆ। ਤਾਂ ਆਪਸ਼ਨ ਅਕੋਰਡਿੰਗ ਚੈੱਕ ਕਰ ਲਓ ਕਿਹੜੀ ਚੀਜ਼ ਬਣ ਸਕਦੀ ਹੈ। ਤਾਂ ਆਪਸ਼ਨ ਨੰਬਰ ਏ ਹੀ ਰਾਈਟ ਆਨਸਰ ਹੈ ਸਾਡੇ ਵਾਸਤੇ, ਹੈਰੀਡਿਟਰੀ ਐਂਡ ਦੀ ਇਨਵਾਇਰਨਮੈਂਟ। ਤੇ ਇੱਥੇ ਤੁਸੀਂ ਟ੍ਰਿਕ ਲਗਾ ਸਕਦੇ ਹੋ ਕਿ ਜਦੋਂ ਸਪੋਰਟਸਮੈਨ ਦੀ ਗੱਲ ਕੀਤੀ ਜਾਂਦੀ ਹੈ, ਮੰਮੀ ਪਾਪਾ ਸਪੋਰਟਸ ਦੇ ਵਿੱਚ ਨੇ ਤਾਂ ਹੈਰੀਡਿਟਰੀ ਹੈ, ਔਰ ਬੱਚੇ ਨੂੰ ਕੋਚਿੰਗ ਤੇ ਵੀ ਭੇਜਿਆ ਜਾ ਰਿਹਾ ਤਾਂ ਕਿ ਇਨਵਾਇਰਨਮੈਂਟ ਵੀ ਹੈ। ਤਾਂ ਆਪਸ਼ਨ ਇੱਕੋ ਹੀ ਆਏਗੀ, ਹੈਰੀਡਿਟਰੀ ਐਂਡ ਇਨਵਾਇਰਨਮੈਂਟ, ਸੋਚਣ ਦੀ ਲੋੜ ਹੀ ਨਹੀਂ ਪੈਂਦੀ। ਠੀਕ ਹੈ ਜੀ, ਨੈਕਸਟ ਆਓ ਕੁਐਸਚਨ ਨੰਬਰ 19 ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ। 19 ਵਿਚ ਆਫ ਦੀ ਫੋਲੋਇੰਗ ਆਰ ਦਾ ਸੈਕੰਡਰੀ ਏਜੰਟ, ਬਹੁਤ ਵਾਰੀ ਕਰ ਚੁੱਕੇ ਹਾਂ ਕੁਐਸਚਨ। ਸੋਸ਼ਲਾਈਜੇਸ਼ਨ ਦਾ ਜਿਹੜਾ ਫਸਟ ਏਜੰਟ ਹੈ ਸਾਡੇ ਵਾਸਤੇ ਕੌਣ ਹੈ, ਫੈਮਿਲੀ ਹੋ ਜਾਂਦੀ ਹੈ, ਲੇਕਿਨ ਜਿਹੜੀ ਸਾਡੇ ਵਾਸਤੇ ਸੈਕੰਡਰੀ ਹੈ ਉਹ ਸਾਡੇ ਵਾਸਤੇ ਸਕੂਲ ਹੋ ਜਾਂਦਾ ਹੈ, ਜਾਂ ਅਗਰ ਸਕੂਲ ਨਹੀਂ ਹੈ ਤਾਂ ਨੇਬਰਹੁੱਡ ਹੋ ਜਾਂਦੇ ਨੇ। ਤੇ ਧਿਆਨ ਰੱਖਣਾ ਆਪਸ਼ਨ ਨੰਬਰ ਇੱਕੋ ਹੀ ਆਊਗਾ ਸਾਡੇ ਵਾਸਤੇ, ਬੀ ਆਪਸ਼ਨ, ਜੋ ਸਾਡੇ ਵਾਸਤੇ ਪ੍ਰਾਇਮਰੀ ਏਜੰਟ ਨੇ ਕਾਹਦੇ, ਤੁਹਾਡੇ ਆਪਣੇ ਸੋਸ਼ਲਾਈਜੇਸ਼ਨ ਦੇ। ਤਾਂ ਬੀ ਆਨਸਰ ਬਣੇਗਾ ਤੁਹਾਡੇ ਵਾਸਤੇ ਸਕੂਲ ਐਂਡ ਦੀ ਨੇਬਰਹੁੱਡ। ਠੀਕ ਹੈ ਜੀ, ਨੈਕਸਟ ਆਓ ਕੁਐਸਚਨ ਨੰਬਰ 20 ਅਕੋਰਡਿੰਗ ਟੂ ਲੀਵਿਗੋਸਕੀ ਦੇ ਅਕੋਰਡਿੰਗ ਦਾ ਪ੍ਰਾਇਮਰੀ ਕੋਜ਼ ਆਫ, ਹੁਣ ਦੇਖਿਆ ਜਾਵੇ ਤਾਂ ਇੱਥੇ ਕੁਐਸਚਨ ਪੁੱਛਿਆ ਕਿ ਲੀਵਿਗੋਸਕੀ ਦਾ, ਜਦੋਂ ਵੀ ਲੀਵਿਗੋਸਕੀ ਦਾ ਨਾਮ ਆਉਂਦਾ ਹੈ ਤਾਂ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਯਾਦ ਆਉਂਦੀ ਹੈ, ਸੋਸ਼ਲ ਇੰਟਰੈਕਸ਼ਨ ਸਭ ਦੇ ਯਾਦ ਆਉਂਦੀ ਹੈ। ਤਾਂ ਅਗਰ ਕੁਐਸਚਨ ਪੜ੍ਹੀਏ ਤਾਂ ਇਹਦੇ ਵਿੱਚ ਕਹਿੰਦਾ ਕੀ ਹੈ, ਕੁਐਸਚਨ 'ਚ ਬੋਲ ਰਿਹਾ ਅਕੋਰਡਿੰਗ ਟੂ ਲੀਵਿਗੋਸਕੀ ਦੇ ਅਕੋਰਡਿੰਗ ਦਾ ਪ੍ਰਾਇਮਰੀ ਕੋਜ਼ ਆਫ ਦੀ ਕੋਗਨੀਟਿਵ ਡਿਵੈਲਪਮੈਂਟ, ਕਿ ਦਿਮਾਗ ਨੂੰ ਅੱਗੇ ਕਹਿ ਸਕਦੇ ਆ ਕਿ ਡਿਵੈਲਪ ਕਰਨ ਵਾਸਤੇ ਪਹਿਲਾ ਕਾਰਨ ਕਿਹੜਾ ਹੋਏਗਾ। ਏ ਆਪਸ਼ਨ ਹੈ ਸਾਡੇ ਵਾਸਤੇ ਇਕੁਲਿਬ੍ਰੇਸ਼ਨ, ਬੀ ਆਪਸ਼ਨ ਹੈ ਸਾਡੇ ਵਾਸਤੇ ਸੋਸ਼ਲ ਇੰਟਰੈਕਸ਼ਨ। ਤਾਂ ਮੈਂ ਪਹਿਲੀ ਗੱਲ ਕਹੂੰਗਾ ਲੀਵਿਗੋਸਕੀ ਫੇਵਰ ਦੇ ਵਿੱਚ ਸੀ ਕਿਹਦੇ, ਸਮਾਜਿਕ ਇੰਟਰੈਕਸ਼ਨ ਦੇ, ਸੋਸ਼ਲ ਇੰਟਰੈਕਸ਼ਨ ਦੇ। ਤਾਂ ਪ੍ਰਾਇਮਰੀ ਕੋਜ਼ ਵੀ ਇਹਨਾਂ ਵਾਸਤੇ ਇਹੀ ਬਣੇਗਾ, ਦੈਟਸ ਕੋਲਡ ਸੋਸ਼ਲ ਇੰਟਰੈਕਸ਼ਨ। ਰਾਈਟ ਆਨਸਰ ਸਾਡੇ ਵਾਸਤੇ ਇਹਦੇ ਵਿੱਚ ਆਊਗਾ ਬੀ। ਨੈਕਸਟ ਆਓ ਕੁਐਸਚਨ ਨੰਬਰ 21 ਇੰਪੋਰਟੈਂਟ ਕੁਐਸਚਨ ਹੈ। ਕਹਿੰਦਾ ਕਿ ਇਸ ਕੁਐਸਚਨ ਦੇ ਵਿੱਚ ਇਨ ਅ ਪ੍ਰੋਗਰੈਸਿਵ ਕਲਾਸਰੂਮ ਸੈਟਅਪ, ਹੁਣ ਤੁਹਾਨੂੰ ਸਭ ਨੂੰ ਪਤਾ ਹੈ ਪ੍ਰੋਗਰੈਸਿਵ ਐਜੂਕੇਸ਼ਨ ਕਿਹੜੀ ਹੁੰਦੀ ਹੈ, ਇਹਦਾ ਸਿਧਾਂਤ ਕਿਹਨਾਂ ਨੇ ਦਿੱਤਾ ਸੀ ਫਿਲਹਾਲ, ਇਹ ਵੀ ਤੁਹਾਨੂੰ ਸਭ ਨੂੰ ਪਤਾ, ਨੋਟਸ ਸਭ ਕੁਝ ਮੈਂਸ਼ਨ ਵੀ ਹੈ। ਠੀਕ ਹੈ, ਉਸ ਤੋਂ ਬਾਅਦ ਪ੍ਰੋਗਰੈਸਿਵ ਕਲਾਸਰੂਮ ਸੈਟਅਪ ਦੀ ਗੱਲ ਕਰੀਏ ਤਾਂ ਟੀਚਰ ਫੈਸਿਲਿਟੀ ਲਰਨਿੰਗ ਬਾਏ ਪ੍ਰੋਵਾਈਡਿੰਗ ਏ ਇਨਵਾਇਰਨਮੈਂਟ, ਇੱਕ ਟੀਚਰ ਨੇ ਫੈਸਿਲਿਟੀ ਦੇਣੀ ਹੈ ਲਰਨਿੰਗ ਨੂੰ ਲੈ ਕੇ। ਠੀਕ ਹੈ, ਉਹ ਕਿਸ ਤਰ੍ਹਾਂ ਦੀ ਲਰਨਿੰਗ ਹੋਏਗੀ ਤਾਂ ਕਿ ਕਲਾਸਰੂਮ ਜਿਹੜੀ ਹੋਣੀ ਚਾਹੀਦੀ ਉਹ ਪ੍ਰੋਗਰੈਸਿਵ ਬਣ ਸਕੇ। ਤਾਂ ਇੱਕ ਜਿਹੜਾ ਟੀਚਰ ਹੋਏਗਾ ਉਹ ਰਿਸੋਰਸਫੁਲ ਹੋਣਾ ਜ਼ਰੂਰੀ ਹੈ, ਸਾਧਨ ਦੀ ਕੋਈ ਵੀ ਕਮੀ ਨਹੀਂ ਹੋਣੀ ਚਾਹੀਦੀ। ਤਾਂ ਦੇਖਿਆ ਜਾਵੇ ਤਾਂ ਆਪਸ਼ਨ ਚੈੱਕ ਕਰ ਲੈਂਦੇ ਹਾਂ। ਏ ਆਪਸ਼ਨ ਸਾਡੇ ਵਾਸਤੇ ਪ੍ਰਮੋਟ ਡਿਸਕਵਰੀ, ਬੀ ਆਪਸ਼ਨ ਸਾਡੇ ਵਾਸਤੇ ਇਟਸ ਡਿਸਟਰਕਟਿਵ, ਇਹ ਤਾਂ ਹੋ ਹੀ ਨਹੀਂ ਸਕਦੀ। ਠੀਕ ਹੈ, ਉਸ ਤੋਂ ਬਾਅਦ ਸੀ ਆਪਸ਼ਨ ਸਾਡੇ ਵਿੱਚ ਡਿਸਕਰੇਜ ਇੰਕਲੂਜਨ, ਇਹ ਵੀ ਨਹੀਂ ਹੋ ਸਕਦੀ ਕਿਉਂਕਿ ਨੈਗੇਟਿਵ ਸਾਈਂਸ 'ਚ ਲੈ ਕੇ ਜਾ ਰਹੇ ਹੈ। ਇੰਕਰੇਜ ਰੈਪੀਟੀਸ਼ਨ ਹੋ ਸਕਦੀ ਹੈ, ਲੇਕਿਨ ਅਗਰ ਟੌਪਿਕ ਸਮਝ ਨਾ ਆਵੇ ਤਾਂ ਬੇਸਿਕ ਜਿਹੜੇ ਟੀਚਰ ਹੋਏਗਾ ਸਾਡੇ ਵਾਸਤੇ ਉਹ ਨਵੀਂ ਖੋਜਾਂ ਲੈ ਕੇ ਆਊਗਾ, ਯਾਨੀ ਕਿ ਪ੍ਰਮੋਟ ਡਿਸਕਵਰੀ ਸਾਡੇ ਵਾਸਤੇ ਇੰਪੋਰਟੈਂਟ ਹੈ। ਇਸ ਚੀਜ਼ ਨੂੰ ਲੈ ਕੇ ਡੀ ਆਪਸ਼ਨ ਆ ਸਕਦੀ ਹੈ, ਲੇਕਿਨ ਡੀ ਆਪਸ਼ਨ ਏ ਆਪਸ਼ਨ ਦੇ ਨਾਲੋਂ ਕਾਫੀ ਜ਼ਿਆਦਾ ਫੇਵਰ ਦੇ ਵਿੱਚ ਨਹੀਂ ਹੈ, ਔਰ ਏ ਆਪਸ਼ਨ ਸਾਡੇ ਵਾਸਤੇ ਇਸ ਕੁਐਸਚਨ ਦੇ ਬਾਅਦ ਕਾਫੀ ਜ਼ਿਆਦਾ ਕਲੋਜ਼ ਵੀ ਹੈ। ਤਾਂ ਏ ਆਪਸ਼ਨ ਸਾਡੇ ਵਾਸਤੇ ਆਊਗੀ ਪ੍ਰਮੋਟ ਡਿਸਕਵਰੀਜ਼। ਠੀਕ ਹੈ ਜੀ, ਨੈਕਸਟ ਆਓ ਅਗਲਾ ਕੁਐਸਚਨ 22ਵਾਂ ਕੁਐਸਚਨ
इंपॉर्टेंट क्वेश्चन है और थोड़ा लेंथी क्वेश्चन भी है, इन्हों मैं ट्रिक राही समझाऊंगा। क्वेश्चन नंबर 22 इंपॉर्टेंट क्वेश्चन सीगा। 5-year-old बॉय, एक 5 साल का बच्चा है, टॉक टू हिमसेल्फ और अपने आप नाल भी बोलता वे, यानी कि प्राइवेट स्पीच करता वे। केड़ी स्पीच कर रहे हैं? प्राइवेट स्पीच। जो तुम प्राइवेट स्पीच की गल की जाती है तो तुम उत्थे याद आना चाहता है विगोस्की की गल की गई है। विगोस्की ने प्राइवेट स्पीच की गल की थी। हजे बच्चा क्वेश्चन पूरा बोलूंगा पर मैं क्वेश्चन को तोड़ रहा फिलहाल, बाइफरकेट कर रहे हैं। 5-year-old बॉय टॉक्स टू हिमसेल्फ, एक 5 साल का बच्चा है जो अपने आप नाल बोलता वे, कदों बोलता वे? वाइल ट्राइंग टू फोल्ड अ टी शर्ट, जो अपनी टी शर्ट ਨੂੰ ਕੀ ਕਰਦਾ ਵੇ? ਤੈਅ ਮਾਰਦਾ ਵੇ, उसकी फोल्डिंग करता वे। ठीक है, विच ऑफ द फॉलोइंग स्टेटमेंट इज करैक्ट? नीचे दित्ती दे विचों किहड़ी स्टेटमेंट करैक्ट होएगी इन द कंटैक्स्ट ऑफ द बिहेवियर, ਜਿਹੜਾ बिहेवियर बच्चे ने डिस्प्ले किया है। ਤਾਂ ਤੁਹਾਨੂੰ अगर ऑप्शन चेक करने वास्ते कमा तो ऑप्शन 2 बंदे दित्ती हुई ने, एक जीन पियाजे ਨੂੰ ਲੈ ਕੇ ਵੀ ਦਿੱਤੀ हुई है, एक विगोस्की ਨੂੰ ਲੈ ਕੇ ਵੀ ਦਿੱਤੀ हुई है। ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਜਦੋਂ ਬੱਚਾ ਆਪਣੇ ਆਪ ਨਾਲ ਗੱਲ ਕਰਦਾ ਹੈ ਤਾਂ ਵਿਗੋਸਕੀ ਦੀ ਟਰਮ ਯਾਦ ਆਉਂਦੀ ਹੈ ਪ੍ਰਾਈਵੇਟ ਸਪੀਚ ਦੀ, ਇੱਕ ਜੀਨ ਪਿਆਜੇ ਦੀ ਤੁਹਾਨੂੰ ਟਰਮ ਯਾਦ ਆਉਂਦੀ ਹੋਊਗੀ ਫਿਲਹਾਲ ਈਗੋਸੈਂਟਰਿਕ ਸਪੀਚ ਦੀ। ਮੇਰੇ ਨੋਟਸ ਨੂੰ ਲੈ ਕੇ ਉਹਦੇ ਵਿੱਚ ਡਿਫਰੈਂਸ ਵੀ ਕਰਾਏ ਹੋਏ ਆ। ਤਾਂ ਪ੍ਰਾਈਵੇਟ ਸਪੀਚ ਦੀ ਗੱਲ ਕੀਤੀ ਸੀ ਵਿਗੋਸਕੀ ਨੇ, ਲੇਕਿਨ ਈਗੋਸੈਂਟਰਿਕ ਸਪੀਚ ਦੀ ਗੱਲ ਕੀਤੀ ਸੀ ਤੁਹਾਡੇ ਆਪਣੇ ਜੇਪੀ ਨੇ, ਜੀਨ ਪਿਆਜੇ ਨੇ। ਤਾਂ ਆਪਸ਼ਨ ਦੇ ਅਕੋਰਡਿੰਗ ਚੈੱਕ ਕਰ ਲਓ ਫਿਲਹਾਲ ਕਿਹੜੀ ਚੀਜ਼ ਸਾਡੇ ਵਾਸਤੇ ਸਹੀ ਹੋਏਗੀ। ਤਾਂ मैंने जो क्वेश्चन पढ़िया फिलहाल मैंने बी ऑप्शन साढ़े वास्ते सही लगी है। बी ऑप्शन च गल की गई है जीन पियाजे वुड एक्सप्लेन दिस इज द एगोसेंट्रिक स्पीच। तो जीन पियाजे ने इगोसेंट्रिक स्पीच की गल की सी, जबकि विगोस्की ने इस चीज़ में कादी गल की सी? प्राइवेट स्पीच की गल की सी। साने अपने इस नोट्स में इन्हों की डिफरेंस की भी गल की हुई है। नोट्स अच्छे बने हुए हैं, जीन पियाजे विगोस्की दोनों डिफरेंस को अच्छा बयान करते हैं। तो ऑप्शन ट्रिक के अकॉर्डिंग पढ़ा जा सकता है अगर बच्चे ने चंगे तरीके ना थ्योरी पढ़ी होएगी। ठीक है जी, नेक्स्ट आओ क्वेश्चन नंबर 23 इंपॉर्टेंट क्वेश्चन सी ये भी। क्वेश्चन नंबर 22 इंपॉर्टेंट क्वेश्चन सीगा। नेक्स्ट आओ क्वेश्चन नंबर 23 एट लोअर क्लासेस प्लेवे मैथड। प्लेवे मैथड सारे जानते होंगे जिससे टीचर बच्चे को एक्टिविटी दिंदा है, एक्टिविटी को समझाने की कोशिश करता है, रोट लर्निंग नहीं दिंदा टीचर। The at the lower classes प्लेवे मैथड ऑफ द टीचिंग इज बेस्ड ऑन किस उत्ते बेस्ड होंदी सी? ठीक है, तो ऑप्शन चेक कर लेने आ। फिजिकल एजुकेशन प्रोग्राम, बच्चा बहुत छोटा है हर तक फिजिकल का बच्चे को मतलब भी नहीं पता होगा। बी ऑप्शन प्रिंसीपल ऑफ मैथड ऑफ टीचिंग, सिर्फ मैथड ऑफ टीचिंग के सिद्धांतों समझाना सी, बच्चा बहुत ज़्यादा छोटा है नहीं समझ पाएगा। सी ऑप्शन है साइकोलॉजिकल प्रिंसिपल्स ऑफ डिवेलपमेंट एंड ग्रोथ, ये किसी हद तक ऑप्शन सही लग रही है। डी ऑप्शन साढ़े वास्ते है सोशियोलॉजिकल प्रिंसीपल, बच्चे को तो सोसाइटी का मतलब ही नहीं पता और लोअर क्लासिस तो आंसर एक ही साढ़े वास्ते क्लोज्ड वन है, दैट्स कॉल्ड सी ऑप्शन। सी ऑप्शन साढ़े वास्ते सही है क्योंकि बच्चे असीं की करना है, दिमाग को एक एक्टिविटी को उस चीज़ को की करना है, दिमाग च पाना है, ट्रांसफर करना है। ठीक है जी, नैक्सट आओ क्वेश्चन नंबर 24 किस चीज़ की गल कर रहे हैं? अ बॉय ऑफ 4th ग्रेड, एक बच्चा 4th क्लास के विद अ विजुअल डिफिशियंसी, बच्चे को दिख नहीं रहा, ठीक है, नहीं दिख रहा, उस डेफिशिएंसी को असीं की करना? ओवरकम करना है। तो सानू क्लास के टीचर को की करना पेगा? बच्चा 4th क्लास है, बहुत छोटा बच्चा है जिन्होंने दिखाई भी प्रॉपर तरीके नहीं दे पा रहा, तो की करोगे? ए पॉइंट है एक्सक्लूडेड टू द लोअर लेवल ऑफ द वर्क, बच्चे को क्लास कट दिता जाऊगा, ये तो मेन है ही नहीं। ठीक है, बी ऑप्शन साढ़े वास्ते हेल्प विद दिस रूटीन वर्क बाय द पेरेंट्स एंड फ्रेंड्स, उसनों रिपीट वाला काम दिता जाए, रूटीन वाला काम दिता जाए ताकि पेरेंट्स और फ्रेंड्स उसकी हेल्प कर सकन। नो, टीचर इज सोर्सफुल होना जरूरी है, बहुत बारी कह चुकिया। सी ऑप्शन साढ़े वास्ते की है ट्रीट इट नॉर्मली, उन्होंने बाकी बच्चों वांगू नॉर्मल समझा जाए इन द क्लासरूम, क्लास के विच एंड प्रोवाइड सपोर्ट थ्रू द ऑडियो सीडीज, उन्होंने की दी जाए? ऑडियो वाली सीडीज दी जाए। ऑडियो मतलब जिससे वीडियो क्लिप नहीं दिखाई देती, सिर्फ आवाज़ सुनाई देगी क्योंकि बच्चा विजुअल डिसअपेयरमेंट का बच्चा, इंपेयरमेंट का बच्चा, बच्चे को दिखाई नहीं दे रहा। अगर दिखाई नहीं दे रहा तो ऑब्वियस उन्हें सुनाई तो दे रहा होएगा। तो आंसर साढ़े वास्ते सी ऑप्शन आएगी। राइट आंसर ਇਹਦਾ की बनूगा? सी। विजुअल इंपेयरमेंट वास्ते ऑडियो सीडीज क्लासेस की प्रोवाइड की एज अ रेगुलर स्टूडेंट्स की तरह। नैक्सट आओ क्वेश्चन नंबर 25 द इनसाइट थ्योरी ऑफ लर्निंग वाज फर्स्ट प्रपोज्ड बाय द, कॉलर का नाम नहीं भुलिया जा सकता,
ठीक है। इनसाइट थ्योरी इन्हां द्वारा ही दिती गई सी। तो ऑप्शन देखते हैं किहड़ी बन सकती है। ए ऑप्शन साडे वास्ते वोल्फगैंग कॉलर, बी एफ स्किनर बी ऑप्शन है, सी साडे वास्ते ब्रूनर दी थ्योरी है, डी साडे वास्ते जीन पियाजे है। तो इको ही नाम साडे वास्ते मेन है। अगर थ्योरी पढ़ी हुई है तो इनसाइट थ्योरी ऑफ लर्निंग के जो फर्स्ट प्रपोजर सी साडे वास्ते कौन सीगे, साडे वास्ते कॉलर सी, जिहड़ी साडे वास्ते ऑप्शन किहड़ी बनूगी, ए ऑप्शन बनेगी। नैक्सट आओ क्वेश्चन नंबर 26। क्वेश्चन नंबर 26 नोट्स के क्वेश्चन पाया गया, डिवेलपमेंट इज नैवर एंडिंग प्रोसैस। एक डिवेलपमेंट जो कभी खत्म होने वाली नहीं हैगी। और साडे वास्ते किहड़ी प्रोसैस है, आइडिया किस चीज़ ने एसोसिएट करता है। तो ऑप्शन के अकॉर्डिंग कंटिन्यूटी में दिता जाता है। तो प्रिंसीपल ऑफ कंटिन्यूएशन ये वास्ते दिता कि डिवेलपमेंट कभी भी ना खत्म होने वाली प्रोसैस है, नैवर एंडिंग प्रोसैस है, प्रिंसीपल ऑफ कंटिन्यूटी। नेक्स्ट आओ क्वेश्चन नंबर 27। क्वेश्चन नंबर 27, विच ऑफ द फॉलोइंग विल फोस्टर क्रिएटिविटी अमंग द चिल्ड्रन। मतलब एक क्रिएटिविटी आगे लेके आने बच्चे विचकार तो किमें लैती जाऊगी। ए ऑप्शन है टीचिंग द स्टूडेंट द प्रैक्टिकल वैल्यू ऑफ गुड एजुकेशन, बी ऑप्शन है प्रोवाइडिंग अपॉर्चुनिटी ऑफ द क्वेश्चंस एंड नर्चर द इनेट टैलेंट ऑफ एवरी लर्नर। ये किसी हद तक सही लग रहा साडे वास्ते, लेकिन सी ऑप्शन ही फिलहाल पढ़ लेने। एम्फेसाइजिंग अचीवमेंट गोल्स, अचीवमेंट गोल्स कभी भी नहीं रखे जा सकते, नो कभी भी नहीं होगा। ठीक है, बच्चा सीख ही नहीं पाऊगा। उस तो बाद बी ऑप्शन जब मार्क्स की गल की गई है, नहीं तो आंसर इको आएगा साडे वास्ते बी ऑप्शन। जो कोई बच्चा क्लास से क्वेश्चन पूछता भी है तो टीचर ड्यूटी यह बनती भी है कि बच्चे के हरेक क्वेश्चन का जवाब दिता जाए और बच्चे अंदर जी भी छुपी हुई टैलेंट है उन्होंने बाहर लिया जाए, उसमें पुशअप किया जा सके। तो ही बच्चा क्रिएटिविटी वाल जा सकता है, बच्चा ज़्यादा क्यूरियोसिटी लै सकता है। क्वेश्चन पूछने वास्ते या दसन वास्ते टीचर होना जरूरी है, उस चीज़ को काबिलियत बनाने वास्ते। क्वेश्चन नंबर 28, विच ऑफ द फॉलोइंग इज द करैक्टरिस्टिक्स ऑफ द गिफ्टेड लर्नर। गिफ्टेड लर्नर का जो IQ होंगे तुम सब को पता है वो कितना होंगे, 140 होंगे या 140 प्लस भी हो सकता है। तो जो बच्चे की करैक्टरिस्टिक्स है वो कि हो सकती है, इस क्वेश्चन च गल की गई है। तो ऑप्शन चेक कर लेने केड़ा होएगा। ही कैट फील एग्रेसिव एंड फ्रस्ट्रेटेड, कि बच्चा गुस्से वाला फील करेगा, नो वो तो कंट्रोल होना जरूरी है, ताकि बच्चा गिफ्टेड है। बी ऑप्शन है ही कैन फील अंडर स्टिमुलेटेड एंड बोर्ड इफ द क्लास एक्टिविटी आर नॉट इनफ चैलेंजिंग। ये चीज़ हो सकती है साढ़े वास्ते। बच्चे गिफ्टेड बच्चा है, ठीक है, गिफ्टेड बच्चा है, क्लास जी भी एक्टिविटी होंगी हुई है बच्चा उस तो बोर हो सकता है, क्योंकि वो एक्टिविटी एक नॉर्मल बच्चे की तरह है। जो गिफ्टेड बच्चा होंगे तुम सब को पता है वो एक्सट्रा लर्निंग मंगता है, एक्सट्रा क्रिएटिविटी मंगता है, एक्टिविटी मंगता है। इस करके जरूरी है कि बच्चे के अकॉर्डिंग सारी चीज़ां करवाई जान जिस तरह बच्चा क्लासरूम के पाया जाता है। बी ऑप्शन साढ़े वास्ते राइट आंसर आऊगा। बच्चे के जो टास्क होने चाहिए बच्चे के अकॉर्डिंग होने जरूरी ने, ये नहीं है कि नॉर्मल बच्चे को पढ़ाया जा सके। ठीक है जी। नैक्सट आओ क्वेश्चन नंबर 29। डायलैक्सिया इज एसोसिएट विद। डायलैक्सिया की गल की गई है तो सब को पता है जो डायलैक्सिया की गल की जाती है तो रीडिंग कंसैप्ट को लेकर गल की जाती है। बच्चा चंगे तरीके उस चीज़ को पढ़ नहीं पा रहा, तो ऑप्शन के अकॉर्डिंग रीडिंग वाला कंसैप्ट इको ही बनता है, सी ऑप्शन रीडिंग डिसऑर्डर। डायलैक्सिया रीडिंग के टर्म के रिलेट करता है, रीडिंग डिसऑर्डर थोड़े वास्ते एसोसिएट होगा डायलैक्सिया के टर्म्स को लैके। क्वेश्चन के बाकी चीज़ा भी दी गई ने, मैंटल डिसऑर्डर, मैथमैटिकल डिसऑर्डर, बिहेवियर डिसऑर्डर। तो डायलैक्सिया थोड़े अपनी किस चीज़ को लैके आऊगा, रीडिंग डिसऑर्डर को। ठीक है जी। क्वेश्चन नंबर 29 का जो आंसर आएगा वो थोड़े वास्ते सी ऑप्शन आएगा। नैक्सट आओ क्वेश्चन नंबर 30। थोड़ा जहा मुश्किल क्वेश्चन सी 30, लेकिन ट्रिक के अकॉर्डिंग समझाया जा सकता, पढ़ाया भी जा सकता। कहता की है, रॉबिन हु डज नॉट टॉक मच। जो रॉबिन है वो घरे बिल्कुल नहीं बोलता एंड टॉक्स अ लॉट ऑफ द स्कूल, लेकिन स्कूल बहुत ज़्यादा बोलता है। इट शोज दैट एक की होएगा। ठीक है, कहने मतलब बच्चा घरे नहीं बोलता भैया, ओबवियस है घरे सुनने वाला कोई नहीं होएगा, या बच्चा जो क्वेश्चन पूछता होएगा घर के बाद जवाब नहीं होएगा। टॉक्स अ लॉट एट स्कूल, स्कूल च बहुत ज़्यादा पूछता है या बहुत ज़्यादा बोलता है। ये चीज़ा किस चीज़ को लैके दिखाई ने। ए ऑप्शन है द स्कूल प्रोवाइड्स अपॉर्चुनिटी चिल्ड्रन टू टॉक अलाउड, कि स्कूल थोड़ा अपॉर्चुनिटी दोगा कि बच्चे बहुत ज़्यादा बोलो, नो ये तो हो ही नहीं सकता। ठीक है,
नेक्स्ट आओ बी ऑप्शन है टीचर्स डिमांड दैट चिल्ड्रन शुड टॉक एंड नॉट एट स्कूल कि टीचर की डिमांड होंगी है कि बच्चे बोलने चाहते हैं स्कूल के नहीं तो ऑब्वियस है फिर तो रूल और रेगूलेशंस ही नहीं होंगे मैनेजमेंट ही नहीं होएगी ठीक है सी ऑप्शन कहता की है ही डज नॉट लाइक हर होम एट ऑल ਜਿਹੜੇ ਵੀ ਘਰੇ ਰਹਿੰਦੇ ਬੰਦੇ ਨੇ ਉਹ ਕਿਸੇ ਨੂੰ ਵੀ ਪਸੰਦ ਨਹੀਂ ਕਰਦਾ ਨਹੀਂ ਐਸਾ ਨਹੀਂ ਹੁੰਦਾ ਹਰ ਥੋਟ ਗੈਟ ਐਕਨੋਲੇਜ ਐਟ ਦੀ ਸਕੂਲ ਜਿਹੜੀ ਉਹਦੀ ਸੋਚ ਹੈ ਉਸ ਨੂੰ ਸਾਰੇ ਟੀਚਰਸ ਮੰਨਦੇ ਨੇ ਮੰਨਦੇ ਦਾ ਮਤਲਬ ਇਹ ਹੈ कि उस चीज जो वो चीज़ा दसता है पॉजिटिव प्रोसैस या नैगेटिव थिंकिंग जो भी चीज़ दसता है उसनूं सारे स्कूल के टीचर की करते हैं एक्नोलेज करते हैं मानते हैं तो राइट आंसर साडे वास्ते यही आऊगा डी ऑप्शन साडे वास्ते इंपोर्टेंट है इस चीज़ नूं लैके और काफ़ी ज़्यादा क्लोज्ड भी है तो लाइक अगर मैं गल करा इंग्लिश नूं लैके अगर किसी ने इंग्लिश भी नहीं समझ आती ना तो बाय लैंग्वेज विच नोट्स दिते हुए ने क्वेश्चन की पढ़ भी सकते हो तो डी ऑप्शन साडे वास्ते की आऊगा राइट आंसर आऊगा इस क्वेश्चन ਨੂੰ ਲੈ ਕੇ ਬਾਕੀ ਚੀਜ਼ਾਂ ਵੀ ਆ ਸਕਦੀਆਂ ਸੀਗੀਆਂ ਲੇਕਿਨ ਬਾਕੀ ਚੀਜ਼ਾਂ ਨੈਗੇਟਿਵ ਦੇ ਵਿੱਚ ਰੱਖੀ ਗਈਆਂ ਇਹੀ ਇੱਕ ਚੀਜ਼ ਹੈ ਜੋ ਪੋਜ਼ਿਟਿਵ ਪੁਆਇੰਟ ਨੂੰ ਲੈ ਕੇ ਸ਼ੋ ਕਰਦਾ ਪਿਆ ਠੀਕ ਹੈ ਜੀ ਥੈਂਕ ਯੂ ਸੋ ਮਚ